ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜ੍ਹਿਆ ਰਾਮ। ਬਾਣੀ ਲਾਗੇ ਤਿਨ ਹੱਥ ਚੜ੍ਹਿਆ। ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ। ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ। ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਜੋ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਸਾਹਿਬ ਜੀ। ਦੋਹਰਾ ਦੋਹੀ ਫਿਰੈ ਅਕਾਲ ਕੀ। ਨਿੰਦਾ ਕਰਹਿ ਨ ਕੋਇ ਬਨ ਪਰਬਤ ਸਭ ਭਜੈਂਗੇ। ਤ੍ਰਿਹੂ ਜਗਤ ਮੇ ਸੋਏ ਦੋਹੀ ਫਿਰੈ ਅਕਾਲ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਹਜੂਰੇ ਅਨਵਰ ਸ਼ਹਿਨਸ਼ਾਹੀ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ। ਵਿਦਿਆਰਥੀ ਜਨਾਂ ਨੇ ਗੁਰੂ ਕੀ ਪਾਵਨ ਬਾਣੀ ਦੀ ਸੰਥਿਆ ਕੀਤੀ ਉਪਰੰਤ ਜੋ ਸਤਿਗੁਰੂ ਜੀ ਦੀ ਦਇਆ ਦਾ ਸਦਕਾ ਜੋ ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਜੀ ਦੀ ਪ੍ਰਵਾਨਗੀ ਲੈ ਕੇ ਗੁਰੂ ਕੇ ਹੁਕਮ ਦੇ ਅਨੁਸਾਰ ਜੋ ਰਹਿਤਨਾਮੇ ਸਾਡੇ ਵਾਸਤੇ ਲਿਖੇ ਹਨ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਆਓ ਜੀ ਬੜੇ ਪਿਆਰ ਦੇ ਸਹਿਤ ਗੁਰੂ ਕੇ ਪਾਵਨ ਬਚਨਾਂ ਦੀ ਵਿਚਾਰ ਸਰਵਣ ਕਰੀਏ। ਪਿੱਛੇ ਬਚਨ ਆਏ ਸਨ ਕਿ ਖਾਲਸਾ ਸੋਏ ਜੋ ਚੜ੍ਹੈ ਤੁਰੰਗ। ਖਾਲਸਾ ਸੋ ਜੋ ਕਰੈ ਨਿਤ ਜੰਗ। ਖਾਲਸਾ ਸੋਏ ਜੋ ਸ਼ਸਤਰ ਕਉ ਧਾਰੈ। ਖਾਲਸਾ ਸੋਏ ਦੁਸ਼ਟ ਕਉ ਮਾਰੈ। ਇਸ ਪ੍ਰਕਾਰ ਦੇ ਬਚਨ ਆਏ ਸਨ। ਆਓ ਜੀ ਅੱਗੇ ਪਾਵਨ ਪਵਿੱਤਰ ਬਚਨ ਸਰਵਣ ਕਰੀਏ ਤੇ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀਓ ਕਿਰਪਾ ਕਰੋ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਸਤਿਗੁਰੂ ਜੀਓ ਆਪ ਜੀ ਦੇ ਪਾਵਨ ਬਚਨ ਅਸੀਂ ਕਲਯੁਗੀ ਜੀਵਾਂ ਦੇ ਹਿਰਦਿਆਂ ਦੇ ਵਿੱਚ ਵਸ ਜਾਣ ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਸਤਿਗੁਰੂ ਜੀਓ ਕਿਰਪਾ ਕਰੋ। ਆਪ ਜੀ ਦੇ ਪਾਵਨ ਪਵਿੱਤਰ ਬਚਨ ਗੁਰਬਾਣੀ ਰਹਿਤ ਮਰਿਆਦਾ ਰਹਿਤ ਨਾਮਿਆਂ ਦੇ ਬਚਨ ਬੜੇ ਮਹਾਨ ਹਨ। ਸਤਿਗੁਰੂ ਜੀਓ ਕਿਰਪਾ ਕਰੋ ਇਹਨਾਂ ਨੂੰ ਕਮਾਉਣ ਦਾ ਯਤਨ ਕਰੀਏ। ਕਮਾਉਣ ਵਾਸਤੇ ਅਸੀਂ ਵੱਧ ਤੋਂ ਵੱਧ ਯਤਨ ਕਰਕੇ ਆਪ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਜੀਵਨ ਦੇ ਵਿੱਚ ਕਮਾ ਕੇ ਅਤੇ ਇਹ ਰਹਿਤ ਮਰਿਆਦਾ ਦੇ ਉੱਪਰ ਚੱਲ ਸਕੀਏ। ਸਤਿਗੁਰੂ ਜੀਓ ਇਹ ਕਿਰਪਾ ਕਰੋ। ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ੋ ਜੀ। ਆਪ ਜੀ ਦੀ ਪਾਵਨ ਬਾਣੀ ਦੇ ਨਾਲ ਅਤੇ ਆਪ ਜੀ ਦੀ ਦੱਸੀ ਹੋਈ ਰਹਿਤ ਮਰਿਆਦਾ ਨੂੰ ਹਿਰਦੇ ਦੇ ਵਿੱਚ ਧਾਰਨ ਕਰੀਏ। ਹਿਰਦੇ ਦੇ ਵਿੱਚ ਪਹਿਲਾਂ ਆਪ ਜੀ ਦੇ ਉਪਦੇਸ਼ ਨੂੰ ਸੁਣੀਏ ਫਿਰ ਮੰਨੀਏ। ਮੰਨ ਕੇ ਕਮਾਈ ਕਰੀਏ। ਸ਼ਰਵਣ ਮੰਨਣ ਅਧਿਆਸਨ ਇਹ ਜਿਹੜੇ ਸਾਧਨ ਨੇ ਨਾ ਇਹ ਕਮਾ ਲੈਣਾ ਕਰੀਏ। ਸਤਿਗੁਰੂ ਜੀ ਉਹ ਕਿਰਪਾ ਕਰੋ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ। ਆਓ ਜੀ ਬੜੇ ਪਿਆਰ ਦੇ ਸਹਿਤ ਸਰਵਣ ਕਰੀਏ ਜੀ। ਦੋਹਰਾ ਦੋਹੀ ਫਿਰੈ ਅਕਾਲ ਕੀ। ਨਿੰਦਾ ਕਰਹਿ ਨਾ ਕੋਇ। ਸਤਿਗੁਰੂ ਜੀ ਨੇ ਆਪਣੇ ਸੁਭਾਇਮਾਨ ਮੁਖਾਰ ਬਿਨ ਤੋਂ ਬਚਨ ਕੀਤੇ ਕਿ ਗੁਰੂ ਖਾਲਸਾ ਜੀਓ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਦੀ ਹੀ ਦੁਹਾਈ ਫਿਰ ਜਾਵੇਗੀ ਸਾਰੇ ਥਾਵਾਂ ਦੇ ਉੱਪਰ। ਕੋਈ ਵੀ ਪੰਥ ਦੀ ਖਾਲਸੇ ਦੀ ਨਿੰਦਿਆ ਨਹੀਂ ਕਰੇਗਾ। ਕੋਈ ਵੀ ਗੁਰੂ ਕੀ ਨਿੰਦਿਆ ਨਹੀਂ ਕਰੇਗਾ। ਐਸੀ ਜੋ ਕਲਾ ਵਰਤਾ ਦੇਣੀ ਹੈ ਪੂਰੇ ਸਤਿਗੁਰੂ ਜੀ ਨੇ। ਤੋ ਗੁਰੂ ਕੇ ਸਿੱਖੋ ਪੂਰੇ ਸਤਿਗੁਰੂ ਜੀ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਦੋਹੀ ਫਿਰ ਜਾਵੇਗੀ। ਤੋ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਵੀ ਬਚਨ ਕੀਤੇ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਵੀ ਬਚਨ ਹਨ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁੱਲੇਗਾ ਸੀਸ ਪਰ ਬੜੀ ਕਰੇਗੀ ਮੌਜ। ਫਿਰ ਇਸੇ ਹੀ ਤਰ੍ਹਾਂ ਬਚਨ ਆਉਂਦੇ ਨੇ ਸਤਿਗੁਰੂ ਜੀ ਦੇ ਕਿ ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੈ ਰੰਜਾਨ ਦਾ, ਸਭ ਸੁਖਾਲੀ ਉਠੀਆ ਇਹੋ ਹੋਆ ਹਲੇਮੀ ਰਾਜ ਜੀਓ। ਗੁਰੂ ਕੇ ਸਿੱਖਾਂ ਨੇ ਹਲੇਮੀ ਰਾਜ ਕਰਨਾ ਹੈ, ਪਰ ਰਾਜ ਕਰਨ ਵਾਲੇ ਸਾਡੇ ਕਰਤੱਵ ਹੋਣੇ ਚਾਹੀਦੇ ਨੇ। ਰਾਜ ਕਰਨ ਵਾਲਾ ਸਾਡਾ ਉੱਚਾ ਸੁੱਚਾ ਜੀਵਨ ਹੋਣਾ ਚਾਹੀਦਾ ਹੈ। ਇੱਕ ਪਾਸੇ ਗੁਰੂ ਕੇ ਸਿੱਖਾਂ ਦਾ ਰਾਜ ਹੋ ਜਾਵੇ ਤੇ ਦੂਜੇ ਪਾਸੇ ਗੁਰੂ ਕੇ ਸਿੱਖ ਗੁਰੂ ਕੀ ਰਹਿਤ ਮਰਿਆਦਾ ਦੇ ਅਨੁਸਾਰ ਚੱਲਦੇ ਨਾ ਹੋਣ। ਜੋ ਜਿਵੇਂ ਸਤਿਗੁਰੂ ਜੀ ਨੇ ਗੁਰੂ ਕੇ ਸਿੱਖਾਂ ਨੂੰ ਹੁਕਮ ਕੀਤਾ ਉਹਦੇ ਅਨੁਸਾਰ ਗੁਰੂ ਕੇ ਸਿੱਖਾਂ ਦਾ ਜੀਵਨ ਨਾ ਹੋਵੇ ਤੇ ਫਿਰ ਗੁਰੂ ਕੇ ਸਿੱਖ ਇੱਕ ਦੂਜੇ ਦੇ ਨਾਲ ਝਗੜੇ ਕਰਨਗੇ ਜਿਵੇਂ ਅੱਜ ਦੇ ਸਮੇਂ ਕਰਦੇ ਨੇ। ਤੇ ਫਿਰ ਇਹ ਵੀ ਹੋਵੇਗਾ ਕਿ ਦੂਜਿਆਂ ਦੇ ਉੱਪਰ ਭਾਰੀ ਜ਼ੁਲਮ ਕਰਨਗੇ, ਬਲ ਪ੍ਰਾਪਤ ਕਰਕੇ ਰਾਜ ਭਾਗ ਰਾਜ ਸਾਜ ਪ੍ਰਾਪਤ ਕਰਕੇ ਤੇ ਦੂਜਿਆਂ ਦੇ ਉੱਤੇ ਭਾਰੀ ਜ਼ੁਲਮ ਕਰਨਗੇ। ਇਸ ਕਰਕੇ ਸਾਡੇ ਸਤਿਗੁਰੂ ਜੀ ਪੂਰੇ ਗੁਰੂ ਨੇ ਤੇ ਪੂਰੇ ਸਤਿਗੁਰੂ ਜੀ ਆਪਣੇ ਸੇਵਕ ਨੂੰ ਆਪਣੇ ਸਿੱਖ ਨੂੰ ਪੂਰਨ ਤੌਰ ਤੇ ਸੁਚੱਜਾ ਜੀਵਨ ਦੇ ਕੇ ਤੇ ਫਿਰ ਉਹਨੂੰ ਸਾਰੀ ਸਰਦਾਰੀ ਬਖਸ਼ਦੇ ਹਨ। ਜੇ ਜੀਵਨ ਢਿੱਲਾ ਹੋਵੇ ਤੇ ਮਿਲ ਸਭ ਕੁਝ ਜਾਵੇ ਤੇ ਗੁਰੂ ਕੇ ਪਿਆਰੋ ਢਿੱਲੇ ਜੀਵਨ ਵਾਲੇ ਨੇ ਨਾ ਜਿਹੜੇ, ਉਹਨਾਂ ਦੇ ਪਾਸੋਂ ਏਡੀਆਂ ਵੱਡੀਆਂ ਵਡਿਆਈਆਂ ਸਾਂਭੀਆਂ ਨਹੀਂ ਜਾਂਦੀਆਂ। ਇਸ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਤੋ ਗੁਰੂ ਕੇ ਸਿੱਖੋ, ਜਿਹੜੇ ਸ੍ਰੇਸ਼ਟ ਮਾਤਾ ਪਿਤਾ ਨੇ ਨਾ ਉਹ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਸਾਰੇ ਗੁਣ ਪਹਿਲਾਂ ਸਿਖਾ ਦਿੰਦੇ ਨੇ ਤੇ ਫਿਰ ਉਹਨੂੰ ਸਾਰੀ ਜ਼ਿੰਮੇਵਾਰੀ ਸੌਂਪਦੇ ਨੇ। ਇਸੇ ਹੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਕੇ ਸਿੱਖ ਨੂੰ ਕਹਿੰਦੇ ਨੇ ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਬਚਨ ਕੀਤੇ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ। ਜਿਵੇਂ ਸਿੱਖ ਆਮ ਹੀ ਸਵਾਲ ਕਰਦੇ ਨੇ ਕਿ ਗੁਰੂ ਕੇ ਸਿੱਖਾਂ ਦਾ ਰਾਜ ਕਦੋਂ ਹੋਵੇਗਾ, ਸਤਿਗੁਰੂ ਜੀ ਨੇ ਬਚਨ ਕੀਤੇ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ, ਮਨ ਜੀਤੈ ਜਗ ਜੀਤ। ਜਦੋਂ ਮਨ ਨੂੰ ਜਿੱਤ ਲਿਆ, ਮਨ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰੂਪ ਦੁਸ਼ਮਣ ਨੂੰ ਜਿੱਤ ਲਿਆ ਤੇ ਫਿਰ ਸਾਰਿਆਂ ਦੇ ਉੱਤੇ ਜਿੱਤ ਪ੍ਰਾਪਤ ਹੋਵੇਗੀ, ਫਿਰ ਕੋਈ ਵੀ ਅੱਗੇ ਅੜੇਗਾ ਨਹੀਂ। ਇਸ ਕਰਕੇ ਗੁਰੂ ਕੀ ਰਹਿਤ ਮਰਿਆਦਾ ਨੂੰ ਅਪਣਾਈਏ, ਸਤਿਗੁਰੂ ਜੀ ਦੇ ਅੱਗੇ ਤਰਲਾ ਲਈਏ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਆਪ ਜੀ ਦੀ ਜਿਹੜੀ ਰਹਿਤ ਮਰਿਆਦਾ ਹੈ ਨਾ, ਆਪ ਜੀ ਦੀ ਗੁਰਸਿੱਖੀ ਦਾ ਜਿਹੜਾ ਮਾਰਗ ਹੈ ਉਹਦੇ ਉੱਪਰ ਅਸੀਂ ਚੱਲੀਏ। ਅਸੀਂ ਭੁੱਲੇ ਭਟਕੇ ਫਿਰਦੇ ਹਾਂ, ਸਾਡੇ ਉੱਪਰ ਕਿਰਪਾ ਕਰੋ ਜੀ। ਤੇ ਸਤਿਗੁਰੂ ਜੀ ਨੇ ਤਾਂ ਇਹ ਬਚਨ ਕਰ ਦਿੱਤੇ ਨੇ ਪਿਛਲੇ ਸਮੇਂ ਦੇ ਵਿੱਚ ਕਿ ਦੋਹੀ ਫਿਰੈ ਅਕਾਲ ਕੀ ਨਿੰਦਾ ਕਰੇ ਨਾ ਕੋਏ। ਜਦੋਂ ਅਕਾਲ ਦੀ ਦੋਹੀ ਫਿਰ ਗਈ, ਗੁਰੂ ਕੇ ਖਾਲਸੇ ਦਾ ਰਾਜ ਹੋ ਗਿਆ ਤੇ ਉਸ ਸਮੇਂ ਕੋਈ ਵੀ ਨਿੰਦਿਆ ਨਹੀਂ ਕਰ ਸਕੇਗਾ। ਗੁਰੂ ਕੇ ਸਿੱਖ ਵੱਲ ਖਾਲਸੇ ਵੱਲ ਕੋਈ ਵੀ ਟੇਢੀ ਅੱਖ ਦੇ ਨਾਲ ਨਹੀਂ ਦੇਖ ਸਕੇਗਾ। ਐਸੀ ਕਿਰਪਾ ਵਰਤੇਗੀ ਸਤਿਗੁਰੂ ਜੀ, ਐਸੀ ਕਲਾ ਵਰਤਾਉਣਗੇ। ਇਹ ਸਾਡੇ ਵਿੱਚ ਹੀ ਕਮੀਆਂ ਹਨ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤੇ ਕਿ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਬਜਾਈਐ ਫੂਕ। ਐਸੀ ਸਾਡੀ ਹਾਲਤ ਹੈ। ਸੱਚੇ ਸਤਿਗੁਰੂ ਜੀ ਨੇ ਤਾਂ ਕਿਰਪਾ ਕਰ ਦਿੱਤੀ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉ ਹੋਏ। ਸਤਿਗੁਰੂ ਜੀ ਤਾਂ ਸਾਰਿਆਂ ਦਾ ਭਲਾ ਹੀ ਭਲਾ ਕਰਦੇ ਹਨ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕਰ ਦਿੱਤੇ ਨੇ ਕਿ ਅਕਾਲ ਦੀ ਦੋਹੀ ਫਿਰੇਗੀ, ਗੁਰੂ ਕੇ ਖਾਲਸੇ ਦਾ ਰਾਜ ਹੋਵੇਗਾ ਸਾਰੀ ਧਰਤੀ ਦੇ ਉੱਪਰ ਅਤੇ ਕੋਈ ਵੀ ਨਿੰਦਿਆ ਨਹੀਂ ਕਰ ਸਕੇਗਾ ਗੁਰੂ ਕੇ ਖਾਲਸੇ ਦੀ। ਅੱਜ ਦੇ ਸਮੇਂ ਤਾਂ ਗੁਰੂ ਕੇ ਸਿੱਖ ਆਪਸੀ ਲੜਾਈਆਂ ਦੇ ਵਿੱਚ ਉਲਝੇ ਹੋਏ ਨੇ। ਇਸੇ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤੇ ਪਿੱਛੇ ਬਚਨ ਵੀ ਆਏ ਸਨ ਸਤਿਗੁਰੂ ਜੀ ਦੇ ਪਾਵਨ ਬਚਨ ਆਏ ਨੇ ਜੋ ਪਿਛਲੀ ਕਥਾ ਦੇ ਵਿੱਚ ਕਿ ਗੁਰੂ ਕਾ ਸਿੱਖ ਗੁਰ ਕੀ ਨਿੰਦਾ ਸੁਣੈ ਨਾ ਕਾਨ, ਇਸ ਪ੍ਰਕਾਰ ਦੇ ਬਚਨ ਆਏ ਸਨ। ਤੋ ਗੁਰੂ ਕੀ ਨਿੰਦਿਆ ਅੱਜ ਦੇ ਸਿੱਖ ਸੁਣਦੇ ਵੀ ਨੇ
ਤੇ ਗੁਰੂ ਕੀ ਬੇਅਦਬੀ ਦੇਖਦੇ ਵੀ ਨੇ ਇਹਨਾਂ ਅੱਖਾਂ ਦੇ ਨਾਲ। ਐਸੀ ਹਾਲਤ ਹੋਈ ਹੈ। ਸਤਿਗੁਰੂ ਜੀ ਨੇ ਤਾਂ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰੂ ਕੇ ਸਿੱਖਾ ਜੋ ਕੁਝ ਖਾਂਦਾ ਹੈ ਭੋਗਦਾ ਹੈ, ਜਿਹੜੇ ਆਨੰਦ ਖੁਸ਼ੀਆਂ ਮਾਣਦਾ ਫਿਰਦਾ ਹੈ, ਇਹ ਕਿਸੇ ਵੀ ਕੰਮ ਦੇ ਨਹੀਂ ਤੇਰੇ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਭ ਕੁਝ ਹਰਾਮ ਹੈ ਜੋ ਕੁਝ ਤੂੰ ਖਾਂਦਾ ਹੈ। ਪਰ ਗੁਰੂ ਕੇ ਸਿੱਖ ਦੀ ਐਸੀ ਹਾਲਤ ਹੋ ਗਈ, ਲੂਣ ਖਾਏ ਕਰੇ ਹਰਾਮ ਖੋਰੀ। ਗੁਰੂ ਘਰ ਦਾ ਲੂਣ ਖਾ ਕੇ ਹਰਾਮ ਖੋਰੀ ਕਰਦਾ ਹੈ। ਜੋ ਲੂਣ ਖਾਏ ਕਰੇ ਹਰਾਮ ਖੋਰੀ, ਪੇਖਤ ਨੈਣ ਬਿਦਾਰਿਓ। ਅੱਖਾਂ ਦੇ ਨਾਲ ਸਭ ਕੁਝ ਦੇਖਦਿਆਂ ਹੋਇਆਂ ਜੋ ਕਬੂਤਰ ਵਾਂਗੂ ਅੱਖਾਂ ਬੰਦ ਕਰ, ਜੋ ਬਿੱਲੀ ਵਾਂਗੂ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ, ਐਸੀ ਹਾਲਤ ਹੋ ਗਈ ਹੈ। तो गुरु के सिख जो तो इस प्रकार गुरु के सिख की हालत हो गई। सतगुरु जी के अगे तरला लेंदे रहिए कि सतगुरु जी आप जी ने जो गुरु के सिखां दे विच अणख जगाउण वास्ते पंज प्यारे ਸਿੰਘਾਂ ਦੇ ਪਾਸੋਂ ਵਾਰ-ਵਾਰ ਉਹਨਾਂ ਦੇ 5 ਸੀਸ ਲਏ। ਆਨੰਦਪੁਰ ਸਾਹਿਬ ਦੇ ਵਿੱਚ ਵੈਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ 5 ਸਿੰਘਾਂ ਦੇ 5 ਸੀਸ ਲਏ ਤੇ ਫਿਰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਅਤੇ ਗੁਰੂ ਕੇ ਸਿੱਖਾਂ ਦੇ ਵਿੱਚ ਅਣਖ ਭਰ ਦਿੱਤੀ ਸੀ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਓ। ਇਸ ਪ੍ਰਕਾਰ ਦੇ ਬਚਨ ਹਨ ਜਿਨ੍ਹਾਂ ਦੀ ਅਣਖ ਮਰੀ ਹੋਈ ਸੀ ਨਾ, ਜਿਹੜੇ ਜੋ ਪ੍ਰਤੱਖ ਤੌਰ ਤੇ ਤਾਂ ਸੰਸਾਰਕ ਪੱਖ ਤੋਂ ਤਾਂ ਜਿਉਂਦੇ ਫਿਰਦੇ ਸਨ ਪਰ ਅਣਖ ਨਹੀਂ ਸੀ ਅੰਦਰ, ਉਹਨਾਂ ਦੀ ਮਰੀ ਹੋਈ ਅਣਖ ਨੂੰ ਜਿਉਂਦੇ ਕੀਤਾ। ਮਿਰਤਕ ਕੋ ਮਰੇ ਹੋਇਆਂ ਦੇ ਅੰਦਰ ਸਾਹ ਪਾ ਦਿੱਤੇ, ਭਾਵ ਕੇ ਅਣਖ ਭਰ ਦਿੱਤੀ ਸਤਿਗੁਰੂ ਜੀ ਨੇ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਓ। ਜੋ ਗੁਰੂ ਦੇ ਨਾਲੋਂ ਵਿਛੜੇ ਹੋਏ ਸਨ, ਆਪਣੇ ਸਿਧਾਂਤ ਦੇ ਨਾਲੋਂ ਵਿਛੜੇ ਹੋਏ ਸਨ, ਅਣਖ ਗੈਰਤ ਜਿਨ੍ਹਾਂ ਦੇ ਵਿੱਚ ਨਹੀਂ ਸੀ ਉਹਨਾਂ ਦੇ ਵਿੱਚ ਅਣਖ ਗੈਰਤ ਭਰ ਦਿੱਤੀ ਸਤਿਗੁਰੂ ਜੀ ਨੇ। ਜ਼ੁਲਮ ਦੇ ਨਾਲ, ਜ਼ਾਲਮਾਂ ਦੇ ਨਾਲ ਟੱਕਰ ਲੈਣ ਵਾਸਤੇ ਸਤਿਗੁਰੂ ਜੀ ਨੇ ਤਿਆਰ ਕਰ ਦਿੱਤਾ ਗੁਰੂ ਕਾ ਖਾਲਸਾ। ਪਰ ਅੱਜ ਦੇ ਸਮੇਂ ਵੀ ਬਹੁਤ ਜ਼ਿਆਦਾ ਨਿਘਾਰ ਆ ਗਿਆ ਸਾਡੇ ਵਿੱਚ। ਹਾਂਜੀ, ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਗੁਰੂ ਕੇ ਬਚਨਾਂ ਨੂੰ ਸਰਵਣ ਕਰਕੇ ਤੇ ਹਿਰਦੇ ਦੇ ਵਿੱਚ ਅਣਖ ਗੈਰਤ ਸਤਿਗੁਰੂ ਜੀ ਕਿਰਪਾ ਕਰਕੇ ਭਰ ਦੇਣ ਅਤੇ ਗੁਰੂ ਕੇ ਸਿੱਖ ਨੂੰ ਦਰਦ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਧੀਆਂ ਭੈਣਾਂ ਦੀ ਲੁੱਟੀ ਇੱਜ਼ਤ ਤੇ ਗੁਰੂ ਘਰਾਂ ਦੀ ਕੀਤੀ ਬੇਅਦਬੀ ਦਾ ਦਰਦ ਹੋਵੇ ਤੇ ਗੁਰੂ ਕੇ ਸਿੱਖ ਦੇ ਵਿੱਚ ਅਣਖ ਗੈਰਤ ਜਾਗੇ। ਜ਼ਾਲਮਾਂ ਦੇ ਨਾਲ ਟੱਕਰ ਲੈਣ ਵਾਸਤੇ, ਜ਼ਾਲਮਾਂ ਦੇ ਨਾਲ ਲੋਹਾ ਲੈਣ ਵਾਸਤੇ ਗੁਰੂ ਕਾ ਸਿੱਖ ਤਿਆਰ ਹੋਵੇ ਅਤੇ ਗੁਰੂ ਕੇ ਬਚਨਾਂ ਦੇ ਉੱਪਰ ਭਰੋਸਾ ਕਰੇ। ਐਵੇਂ ਜ਼ਾਲਮਾਂ ਦੇ ਪਾਸੋਂ, ਜੋ ਦੁਸ਼ਮਣਾਂ ਦੇ ਪਾਸੋਂ, ਮਨਮੁਖਾਂ ਦੇ ਪਾਸੋਂ, ਪਾਪੀ ਪਾਂਬਰ ਪੁਰਸ਼ਾਂ ਦੇ ਕੋਲੋਂ ਡਰਦਾ ਨਾ ਫਿਰੇ ਗੁਰੂ ਕਾ ਸਿੱਖ। ਜੇ ਬਾਣੀ ਪੜ੍ਹੇ ਤੇ ਫਿਰ ਇਹਦੇ ਹਿਰਦੇ ਦੇ ਵਿੱਚੋਂ ਡਰ ਨਿਕਲ ਸਕਦਾ ਹੈ। ਜਿਹੜਾ ਭਉ ਡਰ ਹੈ ਨਾ, ਗੁਰਬਾਣੀ ਪੜ੍ਹਨ ਦੇ ਨਾਲ ਹੀ ਦੂਰ ਹੋ ਸਕਦਾ ਹੈ। ਸੋ ਡਰੈ ਜੇ ਪਾਪ ਕਮਾਉਂਦਾ, ਉਹ ਡਰਦਾ ਰਹਿੰਦਾ ਹੈ ਜਿਸ ਦੇ ਹਿਰਦੇ ਦੇ ਵਿੱਚ ਪਾਪ ਹੋਵੇ। ਸਤਿਗੁਰੂ ਜੀ ਕਿਰਪਾ ਕਰਕੇ ਸਾਡੇ ਹਿਰਦੇ ਦੇ ਵਿੱਚੋਂ ਪਾਪ ਕੱਢ ਦੇਣਾ ਤੇ ਫਿਰ ਗੁਰੂ ਕੇ ਬਚਨਾਂ ਦੇ ਉੱਪਰ ਵਿਸ਼ਵਾਸ ਕਰੀਏ, ਭਰੋਸਾ ਕਰੀਏ। ਦੋਹੀ ਫਿਰੈ ਅਕਾਲ ਕੀ, ਨਿੰਦਾ ਕਰਹਿ ਨਾ ਕੋਏ। ਕੋਈ ਵੀ ਨਿੰਦਿਆ ਨਹੀਂ ਕਰ ਸਕੇਗਾ ਗੁਰੂ ਕੇ ਸਿੱਖਾਂ ਦੀ, ਗੁਰੂ ਕੀ ਨਿੰਦਿਆ ਨਹੀਂ ਕੋਈ ਕਰੇਗਾ। ਜਦੋਂ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਖਾਲਸੇ ਨੂੰ ਆਪਣਾ ਰਾਜ ਭਾਗ ਕੌਮੀ ਘਰ ਬਖਸ਼ ਦਿੱਤਾ। ਬਨ ਪਰਬਤ ਸਭ ਭਜੇਂਗੇ, ਤ੍ਰਿਹੂ ਜਗਤ ਮੈਂ ਸੋਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਬਨਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਪਰਬਤਾਂ ਦੇ ਵਿੱਚ ਜੋ ਸਾਰੇ ਹੀ ਭੱਜ ਕੇ ਗੁਰੂ ਕੇ ਖਾਲਸੇ ਦੀ ਚਰਨ ਸਰਨ ਦੇ ਵਿੱਚ ਆ ਜਾਣਗੇ। ਤੇ ਜਦੋਂ ਗੁਰੂ ਕੇ ਖਾਲਸੇ ਦੀ ਚਰਨ ਸਰਨ ਦੇ ਵਿੱਚ ਆ ਗਏ, ਗੁਰੂ ਕਾ ਖਾਲਸਾ ਫਿਰ ਗੁਰਬਾਣੀ ਦੇ ਨਾਲ ਉਹਨਾਂ ਨੂੰ ਜੋੜੇਗਾ ਤੇ ਬਨਾਂ ਦੇ ਵਿੱਚ, ਪਰਬਤਾਂ ਦੇ ਰਹਿਣ ਵਾਲੇ ਭਜਨ ਕਰਨਗੇ। ਤੋ ਐਸੀ ਜੋ ਕਲਾ ਵਰਤੇਗੀ ਸਤਿਗੁਰੂ ਜੀ ਦੀ, ਤਿਹੋ ਜਗਤ ਮੈਂ ਸੋਏ। ਤਿੰਨਾਂ ਲੋਕਾਂ ਦੇ ਵਿੱਚ ਜੋ ਗੁਰੂ ਕੇ ਖਾਲਸੇ ਦੀ ਵਡਿਆਈ ਹੋਵੇਗੀ। ਇਸੇ ਹੀ ਤਰ੍ਹਾਂ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਉਹਨੂੰ ਗੁਰੂ ਕਾ ਖਾਲਸਾ ਕਿਹਾ ਜਾਂਦਾ ਹੈ ਜਿਹੜਾ ਪ੍ਰੇਮ ਦੇ ਸਹਿਤ ਪਰਮਾਤਮਾ ਦੀ ਭਗਤੀ ਕਰੇ। ਤੇ ਜਿਹੜਾ ਭਗਤੀ ਕਰੇ
ਉਹਨਾਂ ਦੀ ਤਿੰਨਾਂ ਲੋਕਾਂ ਦੇ ਵਿੱਚ ਵਡਿਆਈ ਹੁੰਦੀ ਹੈ। ਇਹ ਵੀ ਬਚਨ ਹਨ। ਫਿਰ ਬਚਨ ਆਉਂਦੇ ਨੇ ਗੁਰੂ ਕੀ ਬਾਣੀ ਦੇ ਵਿੱਚ ਕਿ ਦਹਿ ਸਪੂਜ ਹੋਵੇ ਹਰ ਜਨ ਕੀ ਜਿਨ ਹਰ ਹਰ ਨਾਮ ਤੇ ਆਇਆ। ਦਸਾਂ ਦਿਸ਼ਾਂ ਦੇ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ, ਤਿੰਨਾਂ ਲੋਕਾਂ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਵਿੱਚ। ਅਤੇ ਇਸੇ ਹੀ ਤਰ੍ਹਾਂ ਦੇਵੀ ਦੇਵਤੇ ਵੀ ਐਸੇ ਗੁਰੂ ਕੇ ਸਿੱਖਾਂ ਨੂੰ ਲੱਭਦੇ ਫਿਰਦੇ ਨੇ। ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਨੇ ਨਾ ਕਿ ਬ੍ਰਹਮ ਗਿਆਨੀ ਕੋ ਖੋਜੈ ਹੈ ਮਹੇਸ਼ਵਰ। ਬ੍ਰਹਮ ਗਿਆਨੀ ਮਹਾਂਪੁਰਖ ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਨੂੰ ਸ਼ਿਵ ਜੀ ਵਰਗੇ ਦੇਵਤੇ ਵੀ ਲੱਭਦੇ ਫਿਰਦੇ ਨੇ ਕਿ ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣ। ਕਹਿਣ ਤੋਂ ਭਾਵ ਕਿ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਖਾਲਸ ਇਨਸਾਨ ਹੋਏ। ਇੱਕ ਰੱਬ ਦੇ ਡਰ ਭਾਉ ਤੋਂ ਬਿਨਾਂ ਹੋਰ ਕਿਸੇ ਦਾ ਵੀ ਡਰ ਭਾਉ ਗੁਰੂ ਕਾ ਖਾਲਸਾ ਨਹੀਂ ਆਪਣੇ ਹਿਰਦੇ ਦੇ ਵਿੱਚ ਰੱਖਦਾ। ਤੇ ਤਿੰਨਾਂ ਲੋਕਾਂ ਜਗਤ ਦੇ ਵਿੱਚ ਗੁਰੂ ਕੇ ਖਾਲਸੇ ਦੀ ਜੈ ਜੈਕਾਰ ਹੋਵੇਗੀ। ਜਿਨ੍ਹਾਂ ਨੇ ਭਗਤੀ ਕੀਤੀ, ਬੰਦਗੀ ਕੀਤੀ, ਤੋ ਉਹਨਾਂ ਦੀ ਜੈ ਜੈਕਾਰ ਹੋਈ ਹੈ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦਗੀ ਕਰਨਗੇ ਉਹਨਾਂ ਦੀ ਵੀ ਜੈ ਜੈਕਾਰ ਹੋਵੇਗੀ। ਦੋਹਰਾ ਚੌਪਈ ਸੁਨੋ ਨੰਦ ਲਾਲ ਇਹ ਸਾਜ ਪ੍ਰਗਟ ਕਰਾਉ ਆਪਨੋ ਰਾਜ। ਹਾਂਜੀ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੂੰ ਇਹ ਬਚਨ ਕਹਿਣ ਲੱਗੇ ਕਿ ਇਹ ਸਾਡੇ ਜਿਹੜੇ ਸੱਚੇ ਸੁੱਚੇ ਬਚਨ ਨੇ ਨਾ, ਇਹ ਸਾਡੀ ਸੱਚ ਦੀ ਆਵਾਜ਼ ਹੈ ਜਿਹੜੀ, ਇਹ ਭਾਈ ਨੰਦ ਲਾਲ ਜੀ ਧਿਆਨ ਦੇ ਸਹਿਤ ਸੁਣਨਾ ਕਰੋ। ਗੁਰੂ ਕੇ ਸਿੱਖੋ, ਅਸੀਂ ਵੀ ਗੁਰੂ ਕੇ ਕਹੇ ਹੋਏ ਬਚਨਾਂ ਨੂੰ ਯਾਦ ਰੱਖੀਏ ਅਤੇ ਧਿਆਨ ਦੇ ਸਹਿਤ ਸੁਣੀਏ। ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਅੱਗੇ ਵਾਲੀ ਪੰਕਤੀ ਦੇ ਵਿੱਚ, ਫਿਰ ਦੁਬਾਰਾ ਪੜੋ ਜੀ ਪ੍ਰਗਟ। ਹਾਂਜੀ, ਸੁਨੋ ਨੰਦ ਲਾਲ ਇਹ ਸਾਜ ਪ੍ਰਗਟ ਕਰਾਉ ਆਪਨੋ ਰਾਜ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਕੇ ਖਾਲਸੇ ਨੂੰ ਬਲ ਬਖਸ਼ ਕੇ, ਗੁਰੂ ਕੇ ਖਾਲਸੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣਾ ਰਾਜ ਅਸੀਂ ਪ੍ਰਗਟ ਕਰਵਾਵਾਂਗੇ। ਤੋ ਕਈ ਵਾਰ ਅੰਮ੍ਰਿਤ ਵੀ ਛਕਿਆ ਹੁੰਦਾ, ਬਾਣਾ ਵੀ ਪਹਿਨਿਆ ਹੁੰਦਾ, ਪਰ ਗੁਰੂ ਕਾ ਸਿੱਖ ਡਰਦਾ ਫਿਰਦਾ ਹੈ, ਆਪਣੇ ਭਰਾਵਾਂ ਦਾ ਹੀ ਵਿਰੋਧ ਕਰਦਾ ਹੈ ਕਿ ਆਪਣੇ ਰਾਜ ਭਾਗ ਦੀ ਕਿਉਂ ਗੱਲ ਕਰਦੇ ਨੇ। ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ। ਗੁਰਬਾਣੀ ਦੇ ਵਿੱਚ ਬਚਨ ਨੇ ਕਈ ਵਾਰ ਗੁਰੂ ਕੇ ਸਿੱਖਾਂ ਨੂੰ ਭਰੋਸਾ ਇਸ ਕਰਕੇ ਨਹੀਂ ਆਉਂਦਾ ਕਿ ਅਸੀਂ ਥੋੜ੍ਹੇ ਜਿਹੇ ਹਾਂ, ਸਾਡੇ ਕੋਲ ਕੋਈ ਜੰਗੀ ਸ਼ਾਸਤਰ ਨਹੀਂ ਹੈਗੇ, ਆਪਣਾ ਰਾਜ ਭਾਗ ਨਹੀਂ ਹੈ ਕੋਈ ਥੋੜੇ ਛੋਟੇ ਜਿਹੇ ਖਿੱਤੇ ਦੇ ਵਿੱਚ। ਪਰ ਗੁਰੂ ਕੇ ਬਚਨਾਂ ਨੂੰ ਜੇ ਪੜ੍ਹੀਏ, ਗੁਰਬਾਣੀ ਨੂੰ ਪੜ੍ਹੀਏ, ਤੇ ਗੁਰਬਾਣੀ ਸਾਨੂੰ ਭਰੋਸਾ ਦਿਵਾਉਂਦੀ ਹੈ। ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਦੇ ਵਿੱਚ ਬਚਨ ਨੇ ਕੀੜਾ ਥਾਪ ਦੇ ਪਾਤਸ਼ਾਹੀ। ਜੇ ਸਤਿਗੁਰੂ ਜੀ ਕੀੜੇ ਨੂੰ ਥਾਪੜਾ ਦੇ ਦੇਣ ਤੇ ਪਾਤਸ਼ਾਹੀ ਬਖਸ਼ ਸਕਦੇ ਨੇ। ਤੇ ਸਤਿਗੁਰੂ ਜੀ ਨੇ ਪਾਤਸ਼ਾਹੀਆਂ ਬਖਸ਼ੀਆਂ ਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਇੱਕ ਖੇਤ ਦੇ ਕੋਲ ਜਾ ਕੇ ਬੈਠ ਗਏ। ਛੋਲਿਆਂ ਦਾ ਖੇਤ ਸੀ ਤੇ ਉਹ ਛੋਲਿਆਂ ਦੇ ਖੇਤ ਦੇ ਕੋਲ ਜਾ ਕੇ ਜਦੋਂ ਬੈਠੇ, ਉੱਥੇ ਇੱਕ ਛੋਲਿਆਂ ਦੀ ਰਾਖੀ ਕਰਦਾ ਸੀ ਬੱਚਾ, ਛੋਟਾ ਜਿਹਾ ਬਾਲਕ, ਉਹ ਛੋਲਿਆਂ ਦੀ ਰਾਖੀ ਕਰਦਾ ਸੀ। ਤੇ ਉਹਨੇ ਜਦੋਂ ਦੇਖਿਆ ਕਿ ਕੋਈ ਰੱਬ ਦੇ ਪਿਆਰੇ ਫਕੀਰ ਆਏ ਨੇ, ਉਹਨੇ ਉਸ ਸਮੇਂ ਸਤਿਗੁਰੂ ਜੀ ਦੇ ਪਾਸ ਆ ਕੇ ਪਹਿਲਾਂ ਤਾਂ ਉਹਨੇ ਘਾਹ ਪੱਟਿਆ, ਕੂੜਾ ਜਿਹੜਾ ਘਾਹ ਸੀ ਨਾ, ਨਵਾਂ ਉੱਗਿਆ ਹੋਇਆ ਕੂੜਾ ਘਾਹ ਸੀ, ਉਹ ਪੱਟ ਕੇ ਇਕੱਠਾ ਕਰਕੇ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਥੱਲੇ ਲਿਆ ਕੇ ਵਿਛਾ ਦਿੱਤਾ। ਕਹਿਣ ਲੱਗਾ ਕਿ ਸੰਤ ਜੀਓ, ਆਪ ਰੱਬ ਦੇ ਪਿਆਰੇ ਹੋ, ਇੱਥੇ ਆ ਕੇ ਬੈਠੋ ਜੀ। ਘਾਹ ਦੇ ਉੱਪਰ ਸਤਿਗੁਰੂ ਜੀ ਬੈਠ ਗਏ ਤੇ ਫਿਰ ਬੇਨਤੀ ਕੀਤੀ ਕਿ ਸੰਤ ਜੀਓ ਕਿਰਪਾ ਕਰੋ, ਹੁਕਮ ਕਰੋ, ਕੀ ਸੇਵਾ ਮੈਂ ਕਰਾਂ। ਉਹ ਬਾਲਕ ਨੇ ਜਦੋਂ ਬੇਨਤੀ ਕੀਤੀ ਤੇ ਭਾਈ ਮਰਦਾਨਾ ਜੀ ਪਹਿਲਾਂ ਹੀ ਚਾਹੁੰਦੇ ਸਨ ਕਿ ਭੁੱਖ ਬੜੀ ਲੱਗੀ ਹੈ, ਕੁਝ ਛਕਣ ਨੂੰ ਮਿਲ ਜਾਵੇ। ਜੋ ਛੋਲਿਆਂ ਦਾ ਖੇਤ ਹੈ ਤੇ ਜੇ ਸਤਿਗੁਰੂ ਜੀ ਕਿਰਪਾ ਕਰਕੇ ਹੌਲਾਂ ਛਕਾ ਦੇਣ ਤੋ ਗੁਰੂ ਕੇ ਪਿਆਰੇ ਉਹ ਸਿੱਖ ਬੱਚੇ ਨੇ, ਉਹ ਬੱਚੇ ਨੇ ਆ ਕੇ ਬੇਨਤੀ ਕੀਤੀ। ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਛੋਲਿਆਂ ਦੇ ਬੂਟੇ ਪੱਟ ਕੇ ਲਿਆ ਤੋ ਅੱਗ ਬਾਲ ਕੇ ਹੌਲਾਂ ਭੁੰਨ ਕੇ ਛਕਾ। ਛੋਲੇ ਜਿਹੜੇ ਛੋਲਿਆਂ ਦਾ ਖੇਤ ਹੁੰਦਾ ਹੈ ਨਾ, ਜਿਹੜੇ ਬੂਟੇ ਲੱਗੇ ਹੁੰਦੇ ਨੇ, ਉਹਨਾਂ ਬੂਟਿਆਂ ਨੂੰ ਅੱਗ ਦੇ ਉੱਤੇ ਰੱਖ ਕੇ ਪਹਿਲਾਂ ਛੋਲਿਆਂ ਦੇ ਬੂਟੇ ਪੱਟ ਕੇ ਲਿਆਇਆ,
ਫਿਰ ਲੱਕੜਾਂ ਇਕੱਠੀਆਂ ਕਰਕੇ ਥੋੜ੍ਹੇ ਜਿਹੇ ਕੱਖ ਇਕੱਠੇ ਕਰਕੇ ਅੱਗ ਲਾ ਕੇ ਤੇ ਉਹਨਾਂ ਦੇ ਉੱਪਰ ਛੋਲਿਆਂ ਦੇ ਜਿਹੜੇ ਬੂਟੇ ਸਨ ਨਾ ਉਹ ਰੱਖ ਦਿੱਤੇ। ਜਿਹੜੇ ਛੋਲੇ ਹਜੇ ਸੰਪੂਰਨ ਤੌਰ 'ਤੇ ਪੱਕੇ ਨਹੀਂ ਹੁੰਦੇ, ਅੱਧ ਪੱਕੇ ਜੇ ਹੁੰਦੇ ਨੇ, ਤੇ ਉਹਨਾਂ ਨੂੰ ਜਦੋਂ ਭੁੰਨੀਏ ਤੇ ਉਹ ਡੱਡੇ ਜੇ ਤੋੜ ਕੇ ਖਾਈਏ, ਉਹਨਾਂ ਨੂੰ ਕਹਿੰਦੇ ਨੇ ਹੌਲਾਂ। ਪੰਜਾਬੀ ਦੇ ਵਿੱਚ ਜਿਨ੍ਹਾਂ ਵੀਰਾਂ ਨੇ, ਜਿਨ੍ਹਾਂ ਬੱਚਿਆਂ ਨੇ ਦੇਖਿਆ ਹੈ ਨਾ, ਉਹ ਜਾਣਦੇ ਨੇ। ਹੌਲਾਂ ਭੁੰਨ ਕੇ ਖਾਈਏ ਤੇ ਤਾਕਤਵਰ ਵੀ ਬੜੀਆਂ ਹੁੰਦੀਆਂ ਤੇ ਸਵਾਦਲੀਆਂ ਬੜੀਆਂ ਹੁੰਦੀਆਂ। ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੂੰ ਵੀ ਦਿੱਤੀਆਂ ਉਹਨੇ ਹੌਲਾਂ ਭੁੰਨ ਕੇ। ਭਾਈ ਮਰਦਾਨੇ ਨੇ ਖੁਸ਼ ਹੋ ਕੇ ਖਾਧੀਆਂ। ਭਾਈ ਮਰਦਾਨੇ ਦੀ ਪੇਟ ਪੂਰਤੀ ਹੋ ਗਈ। ਭਾਈ ਮਰਦਾਨਾ ਪ੍ਰਸੰਨ ਹੋ ਗਿਆ, ਖੁਸ਼ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ, ਜੇ ਭੁੱਖ ਹੈ ਤੇ ਹੋਰ ਛਕ ਲੈਣਾ ਕਰ। ਭਾਈ ਮਰਦਾਨੇ ਨੇ ਸਤਿਗੁਰੂ ਜੀ ਦਾ ਵਚਨ ਮੰਨ ਕੇ ਹੋਰ ਹੌਲਾਂ ਛਕੀਆਂ ਤੇ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਜੀ ਦੇ ਪਾਸ ਬੈਠ ਕੇ ਉਹ ਬੱਚੇ ਨੇ ਕੀਰਤਨ ਸਰਵਣ ਕੀਤਾ। ਹੋਰ ਸ਼ਰਧਾ ਵੱਧ ਗਈ ਤੇ ਸ਼ਾਮ ਦਾ ਜਦੋਂ ਸਮਾਂ ਹੋਇਆ, ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਸੰਤ ਜੀਓ ਹੁਕਮ ਦਿਓ, ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਘਰ ਤੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆਵਾਂ। ਸਤਿਗੁਰੂ ਜੀ ਨੇ ਬਚਨ ਕਹੇ। ਆਪਣੇ ਸੁਭਾਈਮਾਨ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਨੇ ਸੁਭਾਵਕ ਹੀ ਬਚਨ ਕਹਿ ਦਿੱਤੇ। ਸਤਿਗੁਰੂ ਜੀ ਕਹਿਣ ਲੱਗੇ ਕਿ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਸੁਲਤਾਨੀ ਬਖਸ਼ ਦਿੱਤੀ, ਬਾਦਸ਼ਾਹੀ ਬਖਸ਼ ਦਿੱਤੀ। ਸਤਿਗੁਰੂ ਜੀ ਨੇ ਛੋਟੀ ਜਿਹੀ ਸੇਵਾ ਦੇ ਉੱਤੇ ਪ੍ਰਸੰਨ ਹੋ ਕੇ, ਇੱਕ ਕੀੜੇ ਵਾਲੀ ਹਾਲਤ ਹੀ ਹੈ ਨਾ, ਛੋਟਾ ਜਿਹਾ ਬੱਚਾ ਸੀ, ਕੋਈ ਬਹੁਤੀ ਜ਼ਿਆਦਾ ਵੱਡੀ ਉਮਰ ਨਹੀਂ ਸੀ, ਵੱਧ ਤੋਂ ਵੱਧ 5 ਜਾਂ 7 ਸਾਲਾਂ ਦਾ ਬੱਚਾ ਹੋਵੇਗਾ। ਤੇ ਉਹ ਬੱਚੇ ਦੀ ਸੇਵਾ ਦੇ ਉੱਤੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਰਾਜ ਭਾਗ ਬਖਸ਼ ਦਿੱਤਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਤੋ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਉਹਨੂੰ ਖੁਸ਼ ਹੋ ਕੇ ਐਸੇ ਬਚਨ ਕਹੇ ਤੇ ਕਹਿਣ ਲੱਗੇ ਕਿ ਪੁੱਤਰ ਸਾਡੇ ਪਾਸ ਬੈਠ। ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਤੇ ਉਹਦੀ ਸਮਾਧੀ ਲੱਗ ਗਈ। ਸਾਰੀ ਰਾਤ ਸਤਿਗੁਰੂ ਜੀ ਦੇ ਪਾਸ ਬੈਠਾ ਰਿਹਾ। ਤੇ ਉਧਰ ਕੀ ਭਾਣਾ ਵਰਤਿਆ ਕਿ ਸਤਿਗੁਰੂ ਜੀ ਦੇ ਬਚਨ ਕਰਨ ਦੀ ਹੀ ਦੇਰ ਸੀ। ਜਿਹੜਾ ਨਗਰ ਦਾ ਰਾਜਾ ਸੀ ਨਾ, ਸ਼ਹਿਰ ਦਾ ਰਾਜਾ ਸੀ, ਉਹ ਚੜ੍ਹਾਈ ਕਰ ਗਿਆ। ਰਾਜਾ ਚੜ੍ਹਾਈ ਕਰ ਗਿਆ। ਸਤਿਗੁਰੂ ਜੀ ਨੇ ਰਾਤ ਦੇ ਸਮੇਂ ਉਹਨੂੰ ਰੋਕ ਲਿਆ ਸੀ। ਜਿਹੜੇ ਵਜ਼ੀਰ ਅਮੀਰ ਬੜੇ ਜੋ ਸੱਚੇ ਸੁੱਚੇ ਸਨ, ਉਹਨਾਂ ਨੇ ਰਲ ਮਿਲ ਕੇ ਇਹ ਸਲਾਹ ਕੀਤੀ ਕਿ ਰਾਜਾ ਚੜ੍ਹਾਈ ਕਰ ਗਿਆ, ਇਹਦੇ ਘਰ ਦੇ ਵਿੱਚ ਕੋਈ ਪੁੱਤਰ ਪੋਤਰਾ ਨਹੀਂ ਹੈ ਤੇ ਰਾਜ ਕਿਹਨੂੰ ਦਈਏ। ਵਜ਼ੀਰਾਂ ਨੇ ਇੱਕ ਦੂਜੇ ਵੱਲ ਇਸ਼ਾਰਾ ਕੀਤਾ, ਪਰ ਸੱਚੇ ਵਜ਼ੀਰ ਸਨ। ਉਹ ਕਹਿਣ ਲੱਗੇ ਨਹੀਂ, ਇੱਦਾਂ ਨਹੀਂ ਆਪਾਂ ਕਰ ਸਕਦੇ, ਇਹ ਛਲ ਹੈ, ਇਹ ਧੋਖਾ ਹੈ, ਇਹ ਝੂਠ ਹੈ, ਇਹ ਮਕਾਰੀ ਹੈ। ਤੋ ਗੁਰੂ ਕੇ ਪਿਆਰਿਓ, ਜਿਹੜੇ ਵਜ਼ੀਰ ਸੱਚੇ ਸੁੱਚੇ ਸਨ, ਉਹਨਾਂ ਨੇ ਕਿਹਾ ਕਿ ਇੱਦਾਂ ਆਪਾਂ ਕਰੀਏ ਕਿ ਸ਼ਹਿਰ ਦੇ 3 ਦਰਵਾਜ਼ੇ ਬੰਦ ਕਰ ਦਈਏ, ਇੱਕ ਦਰਵਾਜ਼ਾ ਖੁੱਲ੍ਹਾ ਰੱਖੀਏ। ਜਿਹੜਾ ਸਵੇਰ ਹੁੰਦਿਆਂ ਹੀ ਸਭ ਤੋਂ ਪਹਿਲਾਂ ਆ ਗਿਆ ਨਗਰ ਦੇ ਵਿੱਚ ਤੇ ਉਹਨੂੰ ਆਪਾਂ ਰਾਜ ਭਾਗ ਦੇ ਦੇਵਾਂਗੇ, ਰਾਜ ਗੱਦੀ ਦਾ ਤਿਲਕ ਦੇ ਕੇ ਬੈਠਾ ਦੇਵਾਂਗੇ, ਰਾਜਾ ਬਣਾ ਦੇਵਾਂਗੇ। ਸਤਿਗੁਰੂ ਜੀ ਨੇ ਰਾਤ ਦੇ ਸਮੇਂ ਬਚਨ ਕੀਤੇ ਸਨ। ਸਵੇਰੇ ਉਹ ਬਾਲਕ ਨੂੰ ਤੋਰ ਦਿੱਤਾ ਕਿ ਚੱਲ ਪੁੱਤਰ ਆਪਣੇ ਘਰ ਦੇ ਵਿੱਚ ਜਾ, ਤੇਰੇ ਮਾਤਾ ਪਿਤਾ ਤੈਨੂੰ ਉਡੀਕਦੇ ਹੋਣਗੇ, ਉਮਰ ਤੇਰੀ ਛੋਟੀ ਹੈ, ਲੱਭਦੇ ਫਿਰਦੇ ਹੋਣਗੇ, ਜਾ ਆਪਣੇ ਘਰ ਨੂੰ। ਸਵੇਰ ਹੁੰਦਿਆਂ ਹੀ ਜਦੋਂ ਦਰਵਾਜ਼ਾ ਜਿਹੜਾ ਖੋਲ੍ਹਿਆ ਸੀ ਉਹਦੇ ਤੇ ਸਾਰੇ ਵਜ਼ੀਰ ਅਮੀਰ ਆ ਗਏ ਤੇ ਜਦੋਂ ਬੱਚਾ ਬਾਹਰੋਂ ਆਇਆ ਤੇ ਉਸ ਸਮੇਂ ਉਹ ਬੱਚੇ ਨੂੰ ਇਸ਼ਨਾਨ ਕਰਵਾ ਕੇ ਰਾਜਿਆਂ ਵਾਲੇ ਵਸਤਰ ਪਹਿਨਾ ਕੇ ਤੇ ਉਹਨੂੰ ਰਾਜ ਤਖਤ ਦੇ ਉੱਪਰ ਬੈਠਾ ਦਿੱਤਾ। ਗੁਰੂ ਕੇ ਪਿਆਰੇ, ਐਸੇ ਹਨ ਸਤਿਗੁਰੂ ਜੀ ਦੇ ਬਚਨ। ਇਹ ਜੋ ਗੁਰੂ ਕੇ ਬਚਨ ਸਿੱਧ ਹੋ ਗਏ ਕਿ ਕੀੜਾ ਥਾਪ ਦੇ ਪਾਤਸ਼ਾਹੀ। ਜੋ ਖੇਤ ਦੇ ਵਿੱਚ ਘਾਹ ਪੱਟਣ ਵਾਲਾ ਸੀ, ਗਰੀਬ ਸੀ, ਜੋ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲਾ ਪਰਿਵਾਰ ਸੀ, ਇਸੇ ਕਰਕੇ ਹੀ ਛੋਟੇ ਬੱਚੇ ਛੋਟੀ ਉਮਰ ਤੋਂ ਹੀ ਉਹਨੂੰ ਮਿਹਨਤ ਕਰਨੀ ਪਈ। ਤੋ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਉਹਨੂੰ ਬਾਦਸ਼ਾਹੀ ਬਖਸ਼ ਦਿੱਤੀ। ਇਸ ਕਰਕੇ ਸਤਿਗੁਰੂ ਜੀ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣ ਤੇ ਬਾਦਸ਼ਾਹੀ ਬਖਸ਼ ਸਕਦੇ ਨੇ। ਇਸ ਕਰਕੇ ਗੁਰੂ ਕੇ ਬਚਨ ਪ੍ਰਤੱਖ ਹਨ। ਗੁਰੂ ਕੇ ਬਚਨਾਂ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ। ਹਰੇਕ ਪ੍ਰਾਣੀ ਮਾਤਰ ਜੀਵ ਨੂੰ ਪ੍ਰਗਟ ਕਰਾਊ ਆਪਣੋ ਰਾਜ। ਆਪਣੇ ਸਿੱਖਾਂ ਦਾ ਰਾਜ ਭਾਗ
ਅਸੀਂ ਪ੍ਰਗਟ ਕਰਾਂਗੇ, ਪਰ ਰਾਜ ਕਰਨ ਦੇ ਯੋਗ ਹੋ ਜਾਣ ਸਾਡੇ ਸਿੱਖ। ਚਾਰ ਵਰਨ ਇੱਕ ਵਰਨ ਕਰਾਉ। ਚਾਰ ਵਰਨ, ਚਾਰੇ ਵਰਨਾਂ ਤੋਂ ਇੱਕ ਵਰਨ ਕਰ ਦੇਵਾਂਗੇ। ਕਹਿਣ ਤੋਂ ਭਾਵ ਕਿ ਚਾਰੇ ਵਰਨਾਂ ਦੇ ਲੋਕਾਂ ਨੂੰ ਜੋ ਖੰਡੇ ਬਾਟੇ ਦੇ ਕੋਲ ਲਿਆ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਤੇ ਚਾਰੇ ਵਰਨਾਂ ਦੇ ਲੋਕਾਂ ਨੂੰ ਗੁਰੂ ਕਾ ਖਾਲਸਾ ਬਣਾ ਦੇਵਾਂਗੇ। ਐਸੀ ਕਲਾ ਵਰਤੇਗੀ। ਸਤਿਗੁਰੂ ਜੀ ਨੇ ਇਹ ਕਿਰਪਾ ਕਰ ਹੀ ਦਿੱਤੀ ਹੈ ਕਿ ਚਾਰੇ ਵਰਨਾਂ ਦੇ ਲੋਕ ਹਿੰਦੂ ਸਿੱਖ ਈਸਾਈ ਮੁਸਲਮਾਨ ਕੋਈ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਵੇ, ਗੁਰੂ ਕੀ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਹੋਵੇ। ਹਿੰਦੂਆਂ ਨੇ ਵੀ ਅਨੇਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਮੁਸਲਮਾਨ ਵੀਰਾਂ ਨੇ ਵੀ। ਅੱਜ ਵੀ ਗਿਆਨੀ ਦਲਜੀਤ ਸਿੰਘ ਜੀ ਸੁਣਾ ਰਹੇ ਸਨ ਕਿ ਮੁਸਲਮਾਨ ਬੜਾ ਵੱਡਾ ਧਨਾੜ ਉਹ ਸਭ ਕੁਝ ਛੱਡ ਕੇ ਆ ਗਿਆ ਅਤੇ ਜੋ ਗੁਰੂ ਕੇ ਦਰਬਾਰ ਦੇ ਵਿੱਚ ਆ ਕੇ ਧਨ ਦੌਲਤ ਵੀ ਬਹੁਤਾ ਜ਼ਿਆਦਾ ਅਰਪਣ ਕੀਤਾ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਇਹ ਪ੍ਰਣ ਕੀਤਾ ਕਿ ਸਾਰੀ ਉਮਰ ਗੁਰੂ ਕੇ ਚਰਨਾਂ ਦੀ ਮੈਂ ਸੇਵਾ ਕਰਨੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕੋਈ ਵੀ ਗੁਰੂ ਨਹੀਂ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਅੱਜ ਸਿੱਖ ਕਹਾਉਣ ਵਾਲੇ ਥਾਂ ਤੇ ਧੱਕੇ ਖਾਂਦੇ ਫਿਰਦੇ ਨੇ, ਪਤਾ ਨਹੀਂ ਕੀ ਦਿਮਾਗ ਨੂੰ ਹੋ ਗਿਆ ਇਹਨਾਂ ਦੇ ਨੂੰ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਗੁਰੂ ਕੇ ਸਿੱਖੋ, ਪ੍ਰਗਟ ਰੂਪ ਦੇ ਵਿੱਚ ਹੀ ਅਸੀਂ ਇਹ ਬਚਨ ਕੀਤੇ ਨੇ। ਗੁਰੂ ਕੇ ਖਾਲਸੇ ਦਾ ਰਾਜ ਪ੍ਰਗਟ ਹੋਵੇਗਾ। ਗੁਰੂ ਕੇ ਬਚਨਾਂ ਦੇ ਉੱਪਰ ਅਮਲ ਕਰਨਾ ਚਾਹੀਦਾ ਹੈ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਣੀਪੁਰ ਦੇ ਇਲਾਕੇ ਦੇ ਵਿੱਚ ਗਏ ਤੇ ਸਭ ਤੋਂ ਪਹਿਲਾਂ ਭਾਈ ਝੰਡੇ ਦੇ ਘਰ ਦੇ ਵਿੱਚ ਗਏ। ਭਾਈ ਝੰਡੇ ਨੂੰ ਜਾ ਕੇ ਮਿਲੇ, ਭਾਈ ਮਰਦਾਨੇ ਨੂੰ ਭੇਜਿਆ ਕਿ ਭਾਈ ਮਰਦਾਨਿਆ ਇੱਥੇ ਇੱਕ ਭਾਈ ਝੰਡਾ ਰਹਿੰਦਾ ਹੈ। ਤੇ ਰਸਤੇ ਦੇ ਵਿੱਚ ਜਾ ਰਿਹਾ ਸੀ, ਭਾਈ ਮਰਦਾਨੇ ਨੂੰ ਇੰਦਰਸੈਨ ਮਿਲ ਗਿਆ। ਇੰਦਰਸੈਨ ਨੂੰ ਪੁੱਛਿਆ ਕਿ ਮੈਂ ਭਾਈ ਝੰਡੇ ਦੇ ਘਰ ਦੇ ਵਿੱਚ ਜਾਣਾ ਹੈ। ਭਾਈ ਇੰਦਰਸੈਨ ਭਾਈ ਝੰਡੇ ਦੇ ਘਰ ਦੇ ਵਿੱਚ ਲੈ ਗਿਆ ਤੇ ਭਾਈ ਝੰਡਾ ਗੁਰੂ ਕਾ ਤਰਖਾਣ ਸਿੱਖ ਸੀ, ਬੰਦਗੀ ਕਰਨ ਵਾਲਾ ਸੀ, ਨਾਮ ਜਪਣ ਵਾਲਾ ਸੀ। ਇੰਦਰਸੈਨ ਅਤੇ ਭਾਈ ਝੰਡਾ ਦੋਨੇ ਇਕੱਠੇ ਬੈਠ ਕੇ ਬੰਦਗੀ ਕਰਿਆ ਕਰਦੇ ਸਨ। ਤੋ ਗੁਰੂ ਕੇ ਸਿੱਖੋ, ਜੋ ਭਾਈ ਮਰਦਾਨਾ ਭਾਈ ਝੰਡੇ ਦੇ ਘਰ ਦੇ ਵਿੱਚ ਗਿਆ, ਕਹਿਣ ਲੱਗਾ ਕਿ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਭੇਜਿਆ ਹੈ। ਭਾਈ ਝੰਡਾ ਕਹਿਣ ਲੱਗਾ ਕਿ ਮੈਂ ਤਾਂ ਜਾਣਦਾ ਨਹੀਂ ਗੁਰੂ ਨਾਨਕ ਦੇਵ ਜੀ ਨੂੰ, ਨਾਨਕ ਤਪਾ ਜੀ ਨੂੰ ਮੈਂ ਨਹੀਂ ਜਾਣਦਾ। ਭਾਈ ਮਰਦਾਨਾ ਕਹਿਣ ਲੱਗਾ ਭਾਈ ਝੰਡਾ ਜੀ ਤੁਸੀਂ ਨਹੀਂ ਜਾਣਦੇ, ਤੁਹਾਨੂੰ ਜਾਣਦੇ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਤੋ ਭਾਈ ਝੰਡੇ ਨੇ ਵਿਚਾਰ ਕੀਤੀ ਕੋਈ ਆਪ ਪਰਮੇਸ਼ਰ ਹੀ ਚੱਲ ਕੇ ਆ ਗਿਆ ਹੈ ਜਿਹਨੂੰ ਮੇਰੇ ਬਾਰੇ ਸਭ ਕੁਝ ਪਤਾ, ਪਰ ਮੈਂ ਉਹਨਾਂ ਨੂੰ ਨਹੀਂ ਜਾਣਦਾ। ਦਰਸ਼ਨ ਕਰਨੇ ਚਾਹੀਦੇ ਨੇ। ਬੰਦਗੀ ਕਰਨ ਵਾਲੇ ਸਨ, ਪਰਮਾਤਮਾ ਦੀ ਭਗਤੀ ਕਰਨ ਵਾਲੇ ਸਨ। ਭਾਈ ਇੰਦਰਸੈਨ ਛੱਡ ਕੇ ਚਲਾ ਗਿਆ। ਭਾਈ ਝੰਡੇ ਨੇ ਆਪਣੀ ਸੁਪਤਨੀ ਨੂੰ ਹੁਕਮ ਕਰਕੇ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਵਾਇਆ। ਆਪ ਬਾਗ ਦੇ ਵਿੱਚੋਂ ਫਲ ਫਰੂਟ ਲੈਣ ਵਾਸਤੇ ਚਲਾ ਗਿਆ। ਤਾਜ਼ੇ ਫਲ ਫਰੂਟ ਤੋੜ ਕੇ ਲਿਆਇਆ, ਭਾਈ ਮਰਦਾਨੇ ਨੂੰ ਛਕਾਏ ਅਤੇ ਪ੍ਰਸ਼ਾਦਾ ਇੰਨੇ ਸਮੇਂ ਤੱਕ ਤਿਆਰ ਹੋ ਗਿਆ। ਭਾਈ ਝੰਡਾ ਭਾਈ ਮਰਦਾਨਾ ਪ੍ਰਸ਼ਾਦਾ ਲੈ ਕੇ ਤੁਰ ਪਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ 5 ਹਿੱਸੇ ਕਰ ਲਏ ਪ੍ਰਸ਼ਾਦੇ ਦੇ। ਜਦੋਂ ਪ੍ਰਸ਼ਾਦਾ ਜਾ ਕੇ ਰੱਖਿਆ ਤੇ 5 ਹਿੱਸੇ ਕਰ ਲਏ। 5 ਹਿੱਸੇ ਕਰਕੇ ਭਾਈ ਝੰਡੇ ਨੂੰ ਕਿਹਾ ਕਿ ਭਾਈ ਝੰਡਿਆ, ਭਾਈ ਇੰਦਰਸੈਨ ਨੂੰ ਵੀ ਬੁਲਾ ਕੇ ਲਿਆ। ਤੇ ਭਾਈ ਝੰਡਾ ਜੀ ਬੜੀ ਛੇਤੀ ਗਏ, ਭਾਈ ਇੰਦਰਸੈਨ ਨੂੰ ਬੁਲਾ ਕੇ ਲਿਆ। ਰਸਤੇ ਦੇ ਵਿੱਚ ਹੀ ਆ ਰਹੇ ਸਨ ਤੋ ਸਤਿਗੁਰੂ ਜੀ ਦੇ ਨਾਲ ਅਨੇਕਾਂ ਹੀ ਗਿਆਨ ਦੇ ਸਹਿਤ ਜੋ ਸਤਿਗੁਰੂ ਜੀ ਨੇ ਗਿਆਨ ਉਪਦੇਸ਼ ਦਿੱਤਾ, ਦੋਨਾਂ ਹੀ ਵੀਰਾਂ ਨੂੰ, ਭਾਈ ਝੰਡੇ ਨੂੰ ਭਾਈ ਇੰਦਰਸੈਨ ਨੂੰ ਗਿਆਨ ਕਰਵਾ ਦਿੱਤਾ। ਸਤਿਗੁਰੂ ਜੀ ਦੇ ਕੋਲ ਬੈਠਿਆਂ ਹੀ ਉਹਨਾਂ ਦੀ ਸਮਾਧੀ ਲੱਗ ਗਈ। ਬੜਾ ਲੰਮਾ ਪ੍ਰਸੰਗ ਹੈ ਜਿਹੜੇ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਗਿਆਨ ਕਰਵਾਇਆ ਦੋਨੇ ਵੀਰਾਂ ਨੂੰ। ਤੋ ਗੁਰੂ ਕੇ ਪਿਆਰਿਓ, ਜਦੋਂ ਇੰਦਰਸੈਨ ਨੂੰ ਗਿਆਨ ਹੋਇਆ ਤੇ ਇੰਨੇ ਸਮੇਂ ਤੱਕ ਜਿਹੜਾ ਜੋ ਕਮਲ ਨੈਣ ਰਾਜਾ ਸੀ ਨਾ, ਉੱਥੋਂ ਦਾ ਮਣੀਪੁਰ ਦਾ ਰਾਜਾ ਸੀ ਜਿਹੜਾ, ਜੋ ਇਸ ਪ੍ਰਕਾਰ ਦੇ ਕਈ ਨਾਮ ਆਏ ਨੇ ਉੱਥੋਂ ਦੇ 18 ਰਾਜਿਆਂ ਦੇ, ਕਵਲ ਨੈਣ, ਮਧੁਰਬੈਨ, ਇਤ ਆਦਿਕ ਨਾਮ ਆਏ ਨੇ। ਤੋ ਗੁਰੂ ਕੇ ਸਿੱਖੋ, ਇੰਨੇ ਸਮੇਂ ਤੱਕ ਕਿਸੇ ਨੇ ਰਾਜੇ ਨੂੰ ਖਬਰ ਦੇ ਦਿੱਤੀ। ਰਾਜਾ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਪਹਿਲਾਂ ਇੰਦਰਸੈਨ ਨੂੰ ਬੁਲਾਇਆ। ਇੰਦਰਸੈਨ ਨੇ ਦੱਸਿਆ ਕਿ ਰਾਜਨ ਜੇ ਭਲਾ ਚਾਹੁੰਦਾ ਹੈ ਨਾ ਤੇ ਫੇਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ।
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਦਰੀ ਨਦਰ ਨਿਹਾਲ ਕਰ ਦਿੱਤਾ। ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਉੱਥੋਂ ਦੇ ਰਾਜੇ ਨੂੰ ਤੇ ਰਾਜਾ ਕਹਿਣ ਲੱਗਾ ਕਿ ਸਤਿਗੁਰੂ ਜੀ ਹੁਣ ਆਪ ਜੀ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੈ, ਮੈਨੂੰ ਆਪਣੇ ਨਾਲ ਹੀ ਲੈ ਜਾਓ। ਭਾਵੇਂ ਭਾਈ ਝੰਡੇ ਨੂੰ ਰਾਜ ਦਿਓ, ਭਾਵੇਂ ਇੰਦਰਸੈਨ ਨੂੰ ਰਾਜ ਦਿਓ, ਮੈਂ ਨਹੀਂ ਰਾਜ ਕਰਨਾ ਚਾਹੁੰਦਾ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਰਾਜਨ, ਸਾਡਾ ਹੁਕਮ ਮੰਨ ਕੇ ਤੈਨੂੰ ਰਾਜ ਕਰਨਾ ਪਵੇਗਾ ਤੇ ਇਹ ਜਿਹੜਾ ਰਾਜ ਹੈ ਨਾ, ਇਹ ਧਰਮ ਦੇ ਅਧੀਨ ਹੋਵੇਗਾ। ਗੁਰੂ ਕੇ ਸਿੱਖਾਂ ਨੇ ਰਾਜ ਧਰਮ ਦੇ ਅਧੀਨ ਕਰਨਾ ਹੈ। ਤੋ ਧਰਮ ਦਾ ਨਿਸ਼ਾਨਾ ਜਾਂ ਧਰਮ ਦਾ ਡੰਕਾ ਰਾਜ ਦੇ ਉੱਪਰ ਹੋਵੇਗਾ। ਕਹਿਣ ਤੋਂ ਭਾਵ ਕਿ ਧਰਮ ਦੇ ਅਨੁਸਾਰ ਗੁਰੂ ਕਾ ਖਾਲਸਾ ਰਾਜ ਕਰੇਗਾ, ਜਿਵੇਂ ਸਤਿਗੁਰੂ ਜੀ ਨੇ ਸਿਖਾਇਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਖਾਂ ਨੂੰ ਰਾਜ ਭਾਗ ਕਰਨ ਦਾ ਸੰਕਲਪ ਦਿੱਤਾ ਹੈ। ਤੋ ਗੁਰੂ ਕੇ ਸਿੱਖੋ, ਸਤਿਗੁਰੂ ਜੀ ਰਾਜੇ ਨੂੰ ਕਹਿਣ ਲੱਗੇ ਕਿ ਰਾਜਨ, ਇਹ ਜਿਹੜਾ ਭਾਈ ਝੰਡਾ ਜੀ ਹੈ ਨਾ, ਇਹ ਗਰੀਬ ਸਿੱਖ ਹੈ, ਇਸ ਕਰਕੇ ਇਹਦੇ ਉੱਪਰ ਅਸੀਂ ਦਇਆ ਕਰਕੇ ਇਹਦੀ ਬੰਦਗੀ ਦੇ ਉੱਤੇ ਪ੍ਰਸੰਨ ਹੋ ਕੇ ਇੱਥੋਂ ਦੇ 18 ਟਾਪੂਆਂ ਦਾ ਇਹਨੂੰ ਮੁਖੀ ਬਣਾ ਦਿੱਤਾ ਹੈ। 18 ਟਾਪੂਆਂ ਦੇ ਵਿੱਚ ਇਹ ਸਾਡਾ ਸਿੱਖ ਭਾਈ ਝੰਡਾ ਉਪਦੇਸ਼ ਕਰਿਆ ਕਰੇਗਾ ਤੇ ਸਾਰੇ 18 ਰਾਜੇ ਤੇਰੇ ਅਧੀਨ ਹੋਣਗੇ। ਇਹਨਾਂ 18 ਟਾਪੂਆਂ ਦਾ ਰਾਜਾ ਅਸੀਂ ਤੈਨੂੰ ਬਣਾ ਦਿੱਤਾ ਹੈ ਤੇ ਤੂੰ ਭਾਈ ਝੰਡੇ ਦੇ ਪਾਸੋਂ ਸਿੱਖ ਮਤ ਲੈ ਕੇ ਗੁਰੂ ਕੀ ਰਹਿਤ ਮਰਿਆਦਾ ਸਿੱਖ ਕੇ ਗੁਰੂ ਕੇ ਹੁਕਮ ਦੇ ਅਨੁਸਾਰ ਤੂੰ ਰਾਜ ਭਾਗ ਕਰਨਾ ਹੈ। 18 ਜਿਹੜੇ ਰਾਜੇ ਨੇ ਨਾ, 18 ਟਾਪੂਆਂ ਦੇ ਵਿੱਚ 18 ਰਾਜੇ ਇਹ ਤੇਰੇ ਅਧੀਨ ਹੋਣਗੇ ਸਦਾ ਵਾਸਤੇ। ਤੈਨੂੰ ਇਹਨਾਂ ਦੇ ਨਾਲ ਜੰਗ ਨਹੀਂ ਕਰਨਾ ਪਵੇਗਾ, ਇਹਨਾਂ ਨੂੰ ਆਪਣੇ ਅਧੀਨ ਕਰਨ ਵਾਸਤੇ ਕੋਈ ਯਤਨ ਨਹੀਂ ਕਰਨਾ ਪਵੇਗਾ, ਤੇਰੇ ਆਪਣੇ ਆਪ ਹੀ ਅਧੀਨ ਹੋਣਗੇ। ਐਸਾ ਸਤਿਗੁਰੂ ਜੀ ਨੇ ਰਾਜ ਭਾਗ ਕਰਨ ਦਾ ਸੰਕਲਪ ਦਿੱਤਾ ਤੇ ਰਾਜ ਭਾਗ ਕਰਵਾਇਆ ਵੀ ਹੈ ਗੁਰੂ ਕੇ ਸਿੱਖਾਂ ਦੇ ਕੋਲੋਂ। ਇਸ ਕਰਕੇ ਗੁਰੂ ਕੇ ਸਿੱਖੋ, ਜੋ ਸਤਿਗੁਰੂ ਜੀ ਦੇ ਬਚਨ ਨੇ ਨਾ, ਉਹ ਸੱਚੇ ਸੁੱਚੇ ਨੇ, ਪਹਿਲਾਂ ਵਰਤ ਚੁੱਕੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲਾ ਵਰਤੇਗੀ। ਬਸ ਇੱਕ ਗੁਰੂ ਕੇ ਬਚਨਾਂ ਦੇ ਉੱਤੇ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ। ਪ੍ਰਗਟ ਕਰਾਉਂ ਆਪਣੋ ਰਾਜ, ਆਪਣੇ ਖਾਲਸੇ ਦਾ ਰਾਜ ਪ੍ਰਗਟ ਕਰਾਵਾਂਗੇ ਅਸੀਂ। ਇਹ ਸਤਿਗੁਰੂ ਜੀ ਦੇ ਸੱਚੇ ਸੁੱਚੇ ਖਰੇ ਬਚਨ ਹਨ। ਇਹਨਾਂ ਬਚਨਾਂ ਦੇ ਉੱਤੇ ਵਿਸ਼ਵਾਸ ਰੱਖੀਏ, ਭਰੋਸਾ ਰੱਖੀਏ ਤੇ ਉਹ ਜਿਹੜੇ 18 ਰਾਜੇ ਨੇ ਨਾ, ਉਹਨਾਂ ਦਾ ਇਤਿਹਾਸ ਇਹ ਟੂਕ ਮਾਤਰ ਸੁਣਾਇਆ ਵਿਸਥਾਰ ਦੇ ਸਹਿਤ ਸਤਿਗੁਰੂ ਜੀ ਸਮਾਂ ਬਖਸ਼ਣ ਤੇ ਉਹ ਆਪਾਂ ਇਤਿਹਾਸ ਪੜਾਂਗੇ, ਸੁਣਾਂਗੇ, ਉਹ ਇਤਿਹਾਸ ਦਾ ਅਧਿਐਨ ਕਰਾਂਗੇ। ਹਾਂਜੀ, ਸਤਿਗੁਰੂ ਜੀ ਨੇ ਕਿਰਪਾ ਕਰਕੇ ਐਸੇ ਬਚਨ ਕੀਤੇ ਨੇ। ਗੁਰੂ ਕੇ ਬਚਨਾਂ ਦੇ ਉੱਪਰ ਭਰੋਸਾ ਹੋਣਾ ਚਾਹੀਦਾ। ਗੁਰੂ ਕੇ ਸਿੱਖ ਨੂੰ ਭਾਵੇਂ ਕਤਰਾ ਕਟਾਉਣਾ ਪਵੇ, ਜੋ ਫੇਰ ਵੀ ਗੁਰੂ ਕਾ ਸਿੱਖ ਗੁਰੂ ਕੇ ਬਚਨਾਂ ਦੇ ਉੱਤੇ ਭਰੋਸਾ ਰੱਖ ਕੇ ਨਿਸ਼ਚੈ ਕਰ ਆਪਣੀ ਜੀਤ ਕਰੋ, ਨਿਸ਼ਚਾ ਕਰਕੇ ਵਿਸ਼ਵਾਸ ਕਰਕੇ ਆਪਣੀ ਜਿੱਤ ਦੇ ਵਿੱਚ ਪ੍ਰਪੱਕ ਰਹੇ। 4 ਵਰਨ ਇੱਕ ਵਰਨ ਕਰਾਉ, ਚਾਰੇ ਵਰਨਾਂ ਦੇ ਲੋਕਾਂ ਨੂੰ ਖੰਡੇ ਬਾਟੇ ਦੇ ਕੋਲ ਲਿਆ ਕੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਅਸੀਂ ਇੱਕੋ ਹੀ ਵਰਨ ਕਰ ਦੇਵਾਂਗੇ, ਭਾਵ ਕੇ ਗੁਰੂ ਕਾ ਖਾਲਸਾ ਬਣਾ ਦੇਵਾਂਗੇ। ਵਾਹਿਗੁਰੂ ਕਾ ਜਾਪ ਜਪਾਉ, ਤੇ ਸਾਰੇ ਵਰਨਾਂ ਦੇ, ਚਾਰੇ ਵਰਨਾਂ ਦੇ ਲੋਕ ਵਾਹਿਗੁਰੂ 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 ਦਾ ਨਾਮ ਜਪਣਗੇ, ਅੰਮ੍ਰਿਤ ਧਾਰੀ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਕੇ ਖਾਲਸੇ ਦੀ ਜੈ ਜੈਕਾਰ ਹੋਵੇਗੀ। ਚਾਰੇ ਹੀ ਕੁੰਟਾਂ ਦੇ ਵਿੱਚ ਚੜ੍ਹੇ ਤੁਰੰਗ ਉਡਾਵਹਿੰ ਬਾਜ਼। ਹਾਂਜੀ, ਗੁਰੂ ਕੇ ਸਿੱਖ ਘੋੜੇ ਦੇ ਉੱਪਰ ਸਵਾਰੀ ਕਰਨਗੇ ਤੇ ਫੇਰ ਬਾਜ਼ ਉਡਾਉਣਗੇ। ਤੇ ਬਾਜ਼ ਵੀ ਘੋੜੇ ਨੂੰ ਕਹਿੰਦੇ ਨੇ ਤੇ ਤਰੰਗ ਵੀ ਘੋੜੇ ਨੂੰ ਕਹਿੰਦੇ ਨੇ। ਤੇ ਇਸ ਪ੍ਰਕਾਰ ਘੋੜੇ ਦੇ ਉੱਪਰ ਚੜ੍ਹ ਕੇ ਤੇ ਜਿਹੜਾ ਰਾਜਸੀ ਪੰਛੀ ਹੈ ਨਾ, ਜਿਹੜਾ ਆਜ਼ਾਦ ਰਹਿਣ ਵਾਲਾ ਪੰਛੀ ਹੈ, ਤੇ ਉਹ ਬਾਜ਼ ਉਡਾਵੇਗਾ। ਗੁਰੂ ਕਾ ਖਾਲਸਾ ਵੀ ਆਜ਼ਾਦ ਰਹਿਣ ਵਾਲਾ ਹੈ, ਪਰ ਜੇ ਹੋਵੇ ਖਾਲਸਾ ਫੇਰ ਆਜ਼ਾਦ ਰਹਿੰਦਾ ਹੈ। ਕਿਤੇ ਅੰਦਰ ਕਮਜ਼ੋਰੀ ਨਾ ਹੋਵੇ, ਢਿਲਾਈ ਨਾ ਹੋਵੇ ਅੰਦਰ, ਫੇਰ ਆਜ਼ਾਦੀ ਵਾਲਾ ਹੌਸਲਾ ਨਹੀਂ। ਤੋ ਗੁਰੂ ਕੇ ਸਿੱਖੋ, ਗੁਰੂ ਕਾ ਸਿੱਖ ਗੁਰੂ ਕਾ ਖਾਲਸਾ ਘੋੜੇ ਦੇ ਉੱਪਰ ਸਵਾਰੀ ਕਰੇਗਾ ਅਤੇ ਬਾਜ਼ ਆਪਣੇ ਕੋਲ ਰੱਖੇਗਾ
ਆਜ਼ਾਦ ਹੋਣ ਵਾਸਤੇ ਯਤਨ ਕਰਦਾ ਰਹੇਗਾ। ਤੁਰਕ ਦੇਖ ਕਰ ਜਾਵਹਿੰ ਭਾਜ। ਜਿਹੜੇ ਤੁਰਕ ਲੋਕ ਨੇ ਨਾ, ਉਹ ਦੇਖ ਕੇ ਗੁਰੂ ਕੇ ਖਾਲਸੇ ਦਾ ਪ੍ਰਤਾਪ ਦੇਖ ਕੇ ਭੱਜ ਜਾਣਗੇ। 1.25 ਲੱਖ ਸੇ ਏਕ ਲੜਾਊ। ਹਾਂਜੀ, ਸਤਿਗੁਰੂ ਜੀ ਨੇ ਪਾਵਨ ਬਚਨ ਕੀਤੇ ਨੇ ਕਿ ਗੁਰੂ ਕੇ ਸਿੱਖੋ 1.25 ਲੱਖ ਦੇ ਨਾਲ ਇੱਕ ਲੜਾਵਾਂਗੇ। ਕੱਲਾ ਕੱਲਾ ਗੁਰੂ ਕਾ ਸਿੱਖ ਲੜੇਗਾ ਅਤੇ ਮੈਦਾਨੇ ਜੰਗ ਦੇ ਵਿੱਚ ਭਾਜੜਾਂ ਪਾ ਦੇਵੇਗਾ ਗੁਰੂ ਕਾ ਸਿੱਖ। ਇਹ ਸਤਿਗੁਰੂ ਜੀ ਦੇ ਬਚਨ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕੇ ਖਾਲਸੇ ਨੂੰ ਸਤਿਗੁਰੂ ਜੀ ਐਸਾ ਬਾਲ ਬਖਸ਼ਣਗੇ। ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਗੁਰੂ ਕੇ ਸਿੱਖ ਜੋ ਇਤ ਆਦਿਕ ਭਾਈ ਜੋ ਗੁਰੂ ਕੇ ਸਿੱਖ ਭਾਈ ਮੁਹਕਮ ਸਿੰਘ ਜੀ ਤੋਂ ਇਸੇ ਹੀ ਤਰ੍ਹਾਂ ਹੋਰ 5 ਪਿਆਰਿਆਂ ਦੇ ਵਿੱਚੋਂ ਸਿੰਘ ਹੋਰ ਜਿਹੜੇ ਗੁਰੂ ਕੇ ਲਾਲ ਪਿਆਰੇ ਸਨ, ਉਹਨਾਂ ਨੇ ਵੀ ਅਨੇਕਾਂ ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਇਹਨਾਂ ਗੁਰੂ ਕੇ ਲਾਲਾਂ ਨੇ ਲੱਖਾਂ ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰਦਿਆਂ ਹੋਇਆਂ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਤੇ ਸਤਿਗੁਰੂ ਜੀ ਨੇ ਵੀਰ ਰਸ ਦੇ ਵਿੱਚ ਆ ਕੇ ਅਟਾਰੀ ਦੇ ਵਿੱਚ ਬੈਠਿਆਂ ਹੋਇਆਂ ਜੋ ਆਪਣੇ ਕਠੋਰ ਧਨੁੱਖ ਦੇ ਉੱਪਰ ਜੋ ਤੀਰ ਚੜਾਇਆ, ਜਦੋਂ ਖਿੱਚਿਆ ਤੇ ਚਿਰੜ ਚਿਰੜ ਦੀ ਆਵਾਜ਼ ਆਈ। ਸਤਿਗੁਰੂ ਜੀ ਨੇ ਸ਼ੂਕਦਾ ਹੋਇਆ ਤੀਰ ਜੜੋਂ ਛੱਡਿਆ ਤੇ ਜਿਹੜੇ 10,000 ਦੁਸ਼ਟ ਅੱਗੇ ਨੂੰ ਵੱਧ ਰਹੇ ਸਨ, ਇੱਕ ਤੀਰ ਦੇ ਨਾਲ ਹੀ 10,000 ਦੁਸ਼ਟਾਂ ਨੂੰ ਧਰਤੀ ਦੇ ਉੱਪਰ ਵਿਛਾ ਦਿੱਤਾ ਸੀ। ਇਹ ਸਤਿਗੁਰੂ ਜੀ ਦੇ ਤੀਰ ਦੀ ਕਮਾਲ ਹੈ। ਗੁਰੂ ਕੇ ਸਿੱਖੋ, ਐਸੇ ਯੋਧੇ ਮਹਾਬਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਜਿਹੜੇ ਆਮ ਤੀਰ ਵੀ ਸਨ, ਉਹ ਵੀ ਇੱਕ ਤੀਰ ਛੱਡ ਕੇ ਅਤੇ 10-10 ਦੁਸ਼ਟਾਂ ਦੀ ਛਾਤੀ ਪਾੜ ਦਿੰਦੇ ਸਨ ਗੁਰੂ ਕੇ ਖੱਪਰੇ ਤੀਰ। ਤੋ ਗੁਰੂ ਕੇ ਸਿੱਖੋ, ਐਸੇ ਮਹਾਬਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਦੇ ਬਚਨ ਹਨ ਕਿ ਗੁਰੂ ਕਾ ਸਿੱਖ ਘੋੜੇ ਦੀ ਅਸਵਾਰੀ ਕਰੇ, ਗੁਰੂ ਕਾ ਸਿੱਖ ਬਾਜ ਰੱਖੇ ਅਤੇ ਆਜ਼ਾਦ ਹੋਣ ਵਾਸਤੇ ਦੁਸ਼ਟਾਂ ਦੇ ਥੱਲੇ, ਦੁਸ਼ਟਾਂ ਦੇ ਪੈਰਾਂ ਦੇ ਥੱਲੇ ਅੱਗ ਬਾਲਣ ਵਾਸਤੇ ਗੁਰੂ ਕਾ ਸਿੱਖ ਤਿਆਰ ਬਰ ਤਿਆਰ ਰਵੇ, ਬਾਣੀ ਦੇ ਨਾਲ ਜੁੜਿਆ ਰਹੇ ਅਤੇ ਆਜ਼ਾਦ ਹੋਣ ਵਾਸਤੇ ਆਪਣੇ ਹਿਰਦੇ ਦੇ ਵਿੱਚ ਯਤਨ ਕਰਦਾ ਰਹੇ ਸਦਾ ਵਾਸਤੇ। ਜੇ ਹੋਰ ਨਹੀਂ ਕੁਝ ਕਰ ਸਕਦਾ ਤੇ ਅਰਦਾਸਾਂ ਹੀ ਕਰੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀਓ, ਜੇ ਖਾਲਸੇ ਦੇ ਕੋਲ ਰਾਜ ਹੋਵੇ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ, ਸਤਿਗੁਰੂ ਜੀਓ ਆਪ ਜੀ ਦੀ ਬੇਅਦਬੀ ਨਾ ਹੋਵੇ। ਜੇ ਗੁਰੂ ਕੇ ਖਾਲਸੇ ਦਾ ਰਾਜ ਹੋਵੇ, ਆਪ ਜੀ ਦੇ ਪਿਆਰੇ ਸਿੱਖਾਂ ਦਾ ਰਾਜ ਹੋਵੇ, ਤੇ ਫਿਰ ਧੀਆਂ ਭੈਣਾਂ ਦੀ ਇੱਜ਼ਤ ਦੀ ਬਰਬਾਦੀ ਨਾ ਕਰਨ ਦੁਸ਼ਟ, ਗੁਰੂ ਘਰਾਂ ਦੇ ਉੱਪਰ ਚੜ੍ਹ ਕੇ ਨਾ ਆਉਣ, ਗੁਰੂ ਘਰਾਂ ਦੀ ਬੇਅਦਬੀ ਨਾ ਕਰਨ। ਸਤਿਗੁਰੂ ਜੀਓ ਆਪ ਕਿਰਪਾ ਕਰੋ, ਆਪਣੇ ਪਿਆਰੇ ਖਾਲਸੇ ਨੂੰ ਪਹਿਲਾਂ ਯੋਗ ਬਣਾਓ ਤੇ ਫਿਰ ਰਾਜ ਭਾਗ ਬਖਸ਼ ਦੇਣਾ ਕਰੋ ਜੀ। ਚੜ੍ਹੈ ਸਿੰਘ ਤਿਸ ਮੁਕਤ ਕਰਾਊ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਨੇ ਕਿ 1.25 ਲੱਖ ਸੇ ਏਕ ਲੜਾਊ, ਚੜ੍ਹੈ ਸਿੰਘ ਤਿਸ ਮੁਕਤ ਕਰਾਊ। ਜਿਹੜਾ ਗੁਰੂ ਕਾ ਸਿੱਖ ਜੰਗ ਵਾਸਤੇ ਚੜੇ, 5 ਵਿਕਾਰਾਂ ਦੇ ਨਾਲ ਜੰਗ ਕਰੇ, 5 ਵਿਕਾਰਾਂ ਦੇ ਨਾਲ ਯੁੱਧ ਕਰੇ ਤੇ ਜਿਹੜੇ ਦੁਸ਼ਟ ਚੜ੍ਹ ਕੇ ਆਉਂਦੇ ਨੇ ਉਹਨਾਂ ਦੇ ਨਾਲ ਯੁੱਧ ਕਰੇ। ਜਿਹੜਾ ਯੁੱਧ ਦੇ ਮੈਦਾਨ ਦੇ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਵੇਗਾ ਨਾ, ਉਹ ਗੁਰੂ ਕੇ ਖਾਲਸੇ ਨੂੰ ਅਸੀਂ ਮੁਕਤ ਕਰ ਦੇਵਾਂਗੇ, ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ। ਗੁਰੂ ਕਾ ਖਾਲਸਾ। ਝੂਲਣ ਨੇਜੇ ਹਸਤੀ ਸਾਜੇ। ਹਾਂਜੀ, ਸਤਿਗੁਰੂ ਜੀ ਗੁਰੂ ਕਾ ਖਾਲਸਾ ਜਦੋਂ ਚੜ੍ਹੇਗਾ ਨਾ ਤੇ ਜੋ ਨਿਸ਼ਾਨ ਸਾਹਿਬ ਝੂਲਣਗੇ, ਨੇਜੇ ਲਿਸ਼ਕਣਗੇ ਅਤੇ ਹਾਥੀਆਂ ਦੀਆਂ ਅੰਬਾਰੀਆਂ ਦੇ ਵਿੱਚ ਬੈਠ ਕੇ ਗੁਰੂ ਕਾ ਖਾਲਸਾ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਟਾਂ ਨੂੰ ਭਾਜੜਾ ਪਾ ਦੇਵੇਗਾ। ਦੁਆਰ ਦੁਆਰ ਪਰ ਨੌਬਤ ਵਾਜੇ। ਗੁਰੂ ਕੇ ਖਾਲਸੇ ਦੀ ਨੌਬਤ ਦੁਆਰ ਦੁਆਰ ਦੇ ਉੱਪਰ, ਜੋ ਕਹਿਣ ਤੋਂ ਭਾਵ ਕਿ ਥਾਂ ਦੇ ਉੱਪਰ ਵੱਜੇਗੀ। ਪਹਿਲਾਂ ਤਾਂ ਸਤਿਗੁਰੂ ਜੀ ਨੇ, ਭਾਈ ਗੁਰਦਾਸ ਜੀ ਨੇ ਇਹ ਵੀ ਬਚਨ ਕੀਤੇ ਨੇ ਕਿ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਜੋ ਘਰ ਘਰ ਦੇ ਵਿੱਚ ਹਿਰਦੇ ਰੂਪ ਘਰ ਦੇ ਵਿੱਚ, ਭਾਵ ਕਿ ਹਰੇਕ ਦੇ ਹਿਰਦੇ ਦੇ ਵਿੱਚ ਜਦੋਂ ਜੋ ਧਰਮ ਦੇ ਅਨੁਸਾਰ ਧਰਮ ਕਮਾਇਆ ਜਾਵੇਗਾ, ਬਾਣੀ ਪੜ੍ਹੀ ਜਾਵੇਗੀ, ਧਰਮ ਦੇ ਅਨੁਸਾਰ ਆਪਣੇ ਮਨ ਨੂੰ ਗੁਰੂ ਕੇ ਸਿੱਖ ਢਾਲ ਲੈਣਗੇ। ਪ੍ਰਤੱਖ ਰੂਪ ਦੇ ਵਿੱਚ ਵੀ ਘਰ ਘਰ ਦੇ ਵਿੱਚ ਧਰਮਸਾਲ
ਅਤੇ ਦੁਆਰ ਦੁਆਰ ਦੇ ਉੱਪਰ ਗੁਰੂ ਕੇ ਸਿੱਖਾਂ ਦੀ ਨੌਬਤ ਵੱਜੇਗੀ, ਭਾਵ ਕੇ ਨਗਾਰਾ ਵੱਜੇਗਾ ਗੁਰੂ ਕੇ ਖਾਲਸੇ ਦਾ। 1.25 ਲੱਖ ਜਬ ਧੁਖੇ ਪਲੀਤਾ। 1.25 ਲੱਖ ਪਲੀਤਾ ਜਦੋਂ ਧੁਖੇਗਾ ਗੁਰੂ ਕੇ ਖਾਲਸੇ ਦੀ ਇੰਨੀ ਫੌਜ ਹੋਵੇਗੀ, ਲੱਖਾਂ ਦੀ ਗਿਣਤੀ ਦੇ ਵਿੱਚ। ਤਬ ਖਾਲਸਾ ਉਦੈ ਅਸਤ ਲਓ ਜੀਤਾ। ਤਦੋਂ ਗੁਰੂ ਕਾ ਖਾਲਸਾ ਜਿੱਥੋਂ ਸੂਰਜ ਉਦੈ ਹੁੰਦਾ ਹੈ ਅਤੇ ਜਿੱਥੋਂ ਤੱਕ ਅਸਤ ਹੁੰਦਾ ਹੈ ਸੂਰਜ, ਉੱਥੋਂ ਤੱਕ ਗੁਰੂ ਕੇ ਖਾਲਸੇ ਦੀ ਜਿੱਤ ਹੋਵੇਗੀ, ਗੁਰੂ ਕੇ ਖਾਲਸੇ ਦਾ ਰਾਜ ਭਾਗ ਹੋਵੇਗਾ। ਦੋਹਰਾ ਰਾਜ ਕਰੇਗਾ ਖਾਲਸਾ। ਗੁਰੂ ਕਾ ਖਾਲਸਾ ਰਾਜ ਕਰੇਗਾ। ਪਹਿਲਾਂ ਖਾਲਸੇ ਬਣੀਏ, ਫਿਰ ਸਤਿਗੁਰੂ ਜੀ ਰਾਜ ਬਖਸ਼ਣਗੇ। ਤਰਲਾ ਲੈਂਦੇ ਰਹੀਏ। ਆਕੀ ਰਹੇ ਨਾ ਕੋਈ। ਕੋਈ ਅੜੇਗਾ ਨਹੀਂ, ਕੋਈ ਆਕੀ ਨਹੀਂ ਰਹੇਗਾ। ਗੁਰੂ ਕੇ ਖਾਲਸੇ ਦੇ ਅੱਗੇ ਅੜ ਨਹੀਂ ਸਕੇਗਾ ਕੋਈ ਮਾਈ ਕਾ ਲਾਲ। ਖੁਆਰ ਹੋਏ ਸਭ ਮਿਲਣਗੇ। ਹਾਂਜੀ, ਹੁਣ ਖੁਆਰ ਹੋ ਰਹੇ ਹਾਂ, ਪਰ ਸਤਿਗੁਰੂ ਜੀ ਕਿਰਪਾ ਕਰਨਾ ਤੇ ਗੁਰੂ ਕੇ ਚਰਨਾਂ ਦੇ ਨਾਲ, ਗੁਰਸਿੱਖੀ ਦੇ ਨਾਲ ਸੰਪੂਰਨ ਤੌਰ ਤੇ ਮਿਲਾਪ ਹੋਵੇ। ਖੁਆਰ ਹੋ ਰਹੇ ਹਨ ਆਪਸੀ ਲੜਾਈਆਂ ਦੇ ਵਿੱਚ ਪੈ ਕੇ, ਖਰਾਬ ਹੋ ਰਹੇ ਨੇ। ਜਦੋਂ ਭਰਾਵਾਂ ਦੀ ਲੜਾਈ ਹੋ ਜਾਵੇ ਤੇ ਉਹਦੇ ਵਿੱਚ ਫਾਇਦਾ ਕੋਈ ਨਹੀਂ ਹੁੰਦਾ, ਦੁਸ਼ਮਣਾਂ ਨੂੰ ਫਾਇਦਾ ਹੁੰਦਾ ਹੈ, ਲੜਨ ਵਾਲਿਆਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਇਸ ਪ੍ਰਕਾਰ ਆਪਸੀ ਲੜਾਈਆਂ ਦੇ ਵਿੱਚ ਜੋ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵਿੱਚ ਅਤੇ ਹੋਰ ਇੱਧਰ ਉੱਧਰ ਜਿਹੜੀਆਂ ਆਪਸੀ ਲੜਾਈਆਂ ਹੋ ਰਹੀਆਂ ਹਨ, ਜਿਨ੍ਹਾਂ ਦੇ ਵਿੱਚੋਂ ਕੁਝ ਵੀ ਨਹੀਂ ਮਿਲਣਾ, ਉਹ ਜਿਹੜੀਆਂ ਆਪਸੀ ਲੜਾਈਆਂ ਦੇ ਵਿੱਚ ਖੁਆਰ ਹੋ ਰਹੇ ਹਨ, ਉਹ ਖੁਆਰ ਹੋ ਕੇ ਮਿਲਣਗੇ। ਮਾਰ ਬਹੁਤੀ ਜ਼ਿਆਦੀ ਪਈ ਹੈ ਗੁਰੂ ਕੇ ਸਿੱਖਾਂ ਨੂੰ, ਪਰ ਢੀਠ ਬਹੁਤ ਨੇ, ਮਤ ਜੋ ਅਕਲ ਹਜੇ ਵੀ ਨਹੀਂ ਆਈ। ਮਾਰ ਬੜੀ ਪੈ ਗਈ ਹੈ 1984 ਦੇ ਵਿੱਚ। ਉਹਦੇ ਤੋਂ ਪਹਿਲਾਂ ਵੀ ਦੁਸ਼ਟਾਂ ਨੇ ਲੂੰਬੜ ਚਾਲਾਂ ਚੱਲ ਕੇ ਤੇ ਬਹੁਤ ਜ਼ਿਆਦਾ ਗੁਰੂ ਕੇ ਸਿੱਖਾਂ ਦਾ ਕਤਲ ਕੀਤਾ ਹੈ। ਗੁਰੂ ਘਰਾਂ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅੱਜ ਵੀ ਨਿਤਾ ਪ੍ਰਤੀ ਹੋ ਰਹੀ ਹੈ, ਪਰ ਢੀਠ ਬੜੇ ਨੇ ਗੁਰੂ ਕੇ ਸਿੱਖ। ਇੱਕ ਇਹ ਵੀ ਬਚਨ ਆਇਆ ਇਤਿਹਾਸ ਦੇ ਵਿੱਚ, ਦੱਸਦੇ ਵਿਦਿਆ ਗੁਰੂ ਸੋਧੀ ਜੀ, ਗਿਆਨੀ ਸੁਰਜੀਤ ਸਿੰਘ ਜੀ ਸੋਧੀ, ਉਹ ਸੁਣਾਉਂਦੇ ਹੁੰਦੇ ਨੇ। ਤੋ ਇਸ ਪ੍ਰਕਾਰ ਦੇ ਬਚਨ ਕਹਿੰਦੇ ਨੇ ਕਿ ਇਹ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਹਾਂ, ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਇਹ ਅਕਲ ਦੇ ਵੈਰੀ ਨੇ, ਐਸੀ ਹਾਲਤ ਹੈ ਇਹਨਾਂ ਦੀ। ਮੁਸਲਮਾਨ ਜਿਹੜੇ ਨੀਤੀਵਾਨ ਸਨ ਨਾ, ਉਹਨਾਂ ਨੇ ਵੀ ਇਹਨਾਂ ਨੂੰ ਕਿਹਾ ਕਿ ਜੇ ਸਿੱਖ ਇਕੱਠੇ ਹੋ ਜਾਣ ਨਾ ਤੇ ਫਿਰ ਜਿਹੜੇ ਦੂਜਿਆਂ ਦੇ ਰਾਜ ਦੀ ਸਫਾ ਹੈ ਨਾ, ਜਿਹੜੀ ਤੁਰਕਾਂ ਦੇ ਰਾਜ ਦੀ ਸਫਾ, ਜਾਂ ਪਹਿਲਾਂ ਤੁਰਕਾਂ ਦੇ ਨਾਲ ਯੁੱਧ ਕੀਤਾ, ਫਿਰ ਅੰਗਰੇਜ਼ਾਂ ਦੇ ਨਾਲ ਯੁੱਧ ਕੀਤਾ, ਮਰਹੱਟਿਆਂ ਦੇ ਨਾਲ ਵੀ, ਜਿਹੜੇ ਕਹਿੰਦੇ ਕਿ ਅਸੀਂ ਮਰ ਕੇ ਹਟਦੇ ਹਾਂ। ਗੁਰੂ ਕੇ ਸਿੱਖ ਕਹਿੰਦੇ ਕਿ ਸਾਡੇ ਗੁਰੂ ਕੇ ਸਿੱਖਾਂ ਦਾ ਬਾਬਾ ਦੀਪ ਸਿੰਘ ਵਰਗੇ ਖਾਲਸੇ ਦਾ, ਬਾਬਾ ਦੀਪ ਸਿੰਘ ਜੀ ਵਰਗੇ ਖਾਲਸੇ ਦਾ ਸਿਰ ਵੀ ਲੱਥ ਜਾਵੇ ਫਿਰ ਵੀ ਨਹੀਂ ਹਟਦੇ। ਹੈਰਾਨ ਹੋ ਗਏ ਤੇ ਉਹਨਾਂ ਨੇ ਗੁਰੂ ਕੇ ਸਿੱਖਾਂ ਦੀ ਕਮਾਲ ਦੇਖੀ ਵੀ। ਸਰਹੰਦ ਦੇ ਮੈਦਾਨ ਦੇ ਵਿੱਚ ਹੋਰ ਜਦੋਂ ਯੁੱਧ ਹੋਏ ਨੇ ਨਾ ਵੱਡੇ ਵੱਡੇ, ਜਦੋਂ ਸਰਹੰਦ ਦੀ ਗੜੀ, ਸਰਹੰਦ ਦਾ ਕਿਲਾ ਜਿੱਤਿਆ ਨਹੀਂ ਸੀ ਜਾਂਦਾ, ਤੇ ਉਸ ਸਮੇਂ ਗੁਰੂ ਕੇ ਖਾਲਸੇ ਨੇ 2.5 ਘੰਟਿਆਂ ਦੇ ਵਿੱਚ ਹੀ ਐਡਾ ਵੱਡਾ ਕਿਲਾ ਜਿੱਤ ਕੇ ਤੇ ਫਿਰ ਜੋ ਤਰਦਾ ਮਾਲ ਸੀ ਨਾ, ਘੋੜੇ, ਸ਼ਾਸਤਰ, ਹੋਰ ਜੋ ਤਰਦਾ ਮਾਲ ਸੀ, ਉਹ ਲੁੱਟ ਕੇ ਲੈ ਗਏ। ਤੇ ਬਾਕੀ ਜਿਹੜੇ ਮਰਹੱਟੇ ਸਨ, ਆਪਣੇ ਆਪ ਨੂੰ ਸੂਰਮੇ ਕਹਾਉਣ ਵਾਲੇ, ਉਹ ਸਿੱਖਾਂ ਦੇ ਮੂੰਹ ਵੱਲ ਹੀ ਦੇਖਦੇ ਰਹੇ ਕਿ ਸਿੱਖ ਕੈਸੇ ਅਲਬੇਲੇ ਨੇ, ਇਹ ਸਿੱਖ ਕੈਸੇ ਸਾਧੂ ਮੱਤ ਵਾਲੇ ਨੇ, ਨਾਂ ਦੇ ਯੋਧੇ ਨੇ। ਤੇ ਇਹਨਾਂ ਦੀ ਮੱਤ ਐਸੀ ਹੈ ਕਿ ਜੇ ਚਾਹੁੰਦੇ ਤਾਂ ਸਾਨੂੰ ਮਾਰ ਕੇ ਭਜਾਉਂਦੇ ਤੇ ਆਪ ਰਾਜ ਕਰ ਲੈਂਦੇ, ਪਰ ਜੋ ਸਾਡੇ ਨਾਲ ਬਚਨ ਹੋਇਆ ਸੀ ਨਾ, ਤੁਰਕਾਂ ਦੇ ਨਾਲ ਯੁੱਧ ਕਰਕੇ ਸਾਨੂੰ ਕਿਲਾ ਦੇ ਕੇ ਤੇ ਆਪ ਤਰਦਾ ਮਾਲ ਲੈ ਕੇ ਹਰਨ ਹੋ ਗਏ ਗੁਰੂ ਕੇ ਸਿੱਖ। ਇਹ ਕੈਸੇ ਹਨ ਗੁਰੂ ਕੇ ਸਿੱਖ? ਤੋ ਗੁਰੂ ਕੇ ਪਿਆਰਿਓ, ਪਹਿਲੇ ਜਿਹੜੇ ਗੁਰੂ ਕੇ ਸਿੱਖ ਹੋਏ ਨੇ ਨਾ, ਉਹਨਾਂ ਦੇ ਜੀਵਨ ਨੂੰ ਪੜ੍ਹੀਏ, ਤੇ ਜੇ ਨਾ ਪੜ੍ਹਿਆ, ਜੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਪਰ ਨਾ ਚੱਲੇ, ਉਹਨਾਂ ਦੇ ਜੀਵਨ ਦੇ ਅਨੁਸਾਰ ਨਾ ਚੱਲੇ, ਆਪਣੇ ਜੀਵਨ ਨੂੰ ਨਾ ਢਾਲਿਆ, ਤੇ ਫਿਰ ਖੁਆਰ ਬੜੇ ਚਿਰ ਤੋਂ ਹੋ ਰਹੇ ਆ, ਹੋਰ ਵੀ ਖੁਆਰ ਹੋਵਾਂਗੇ। ਆਪਸੀ ਲੜਾਈਆਂ ਦੇ ਵਿੱਚ ਪੈ ਕੇ, ਆਪਸੀ ਝਗੜਿਆਂ ਦੇ ਵਿੱਚ ਪੈ ਕੇ, ਇੱਕ ਦੂਜੇ ਦੀ ਨਿੰਦਿਆ ਕਰਕੇ
ਖੁਆਰ ਹੋ ਰਹੇ ਹਾਂ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵਾਂਗੇ। ਤੋ ਖੁਆਰੀ ਬਹੁਤੀ ਜ਼ਿਆਦੀ ਹੋਈ ਹੈ, ਮਾਰ ਬੜੀ ਪਈ ਹੈ, ਪਰ ਢੀਠ ਬਹੁਤੇ ਜ਼ਿਆਦੇ ਨੇ। ਇਹ ਅਕਲ ਦੇ ਪੱਕੇ ਵੈਰੀ ਹਨ। ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਇਸ ਪ੍ਰਕਾਰ ਦੇ ਵਚਨ ਆਏ ਨੇ ਇਤਿਹਾਸ ਦੇ ਵਿੱਚ। ਖੁਆਰ ਹੋ ਰਹੇ ਨੇ, ਜੁੱਤੀਆਂ ਪੈ ਰਹੀਆਂ ਨੇ, ਮਾਰ ਬੜੀ ਪੈ ਰਹੀ ਹੈ, ਪਰ ਢੀਠ ਬਹੁਤੇ ਜ਼ਿਆਦੇ ਨੇ। ਬਚੇ ਸ਼ਰਨ ਜੋ ਹੋਏ। ਹਾਂਜੀ, ਗੁਰੂ ਕੇ ਸਿੱਖ ਜਿਹੜੇ ਚਰਨ ਸਰਨ ਦੇ ਵਿੱਚ ਆ ਜਾਣਗੇ ਨਾ, ਗੁਰੂ ਕੀ ਚਰਨ ਸਰਨ ਦੇ ਵਿੱਚ ਆਉਣਗੇ, ਉਹਨਾਂ ਦੀ ਜੈ ਜੈਕਾਰ ਹੋਵੇਗੀ, ਉਹ ਬਚ ਜਾਣਗੇ। ਤੇ ਜਿਹੜੇ ਆਪਣੀ ਅਕਲ ਦੇ ਅਨੁਸਾਰ ਚੱਲਦੇ ਨੇ, ਆਪਣੀ ਅਕਲ ਨੂੰ ਵੱਡਾ ਮੰਨਦੇ ਨੇ, ਤੇ ਉਹਨਾਂ ਦੀ ਹਾਲਤ ਤੁਹਾਨੂੰ ਪਤਾ ਹੈ ਫਿਰ ਕੈਸੀ ਹੋਵੇਗੀ। ਇਹ ਸਤਿਗੁਰੂ ਜੀ ਨੇ ਬਚਨ ਕਹਿ ਹੀ ਦਿੱਤੇ ਨੇ। ਤੋ ਸਤਿਗੁਰੂ ਜੀ ਨੇ ਮਹਾਨ ਕਿਰਪਾ ਕਰਕੇ ਦਾਸਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਕੇ ਸਿੱਖੋ ਇਹ ਮਹਾਨ ਵਿਚਾਰ ਕਰਵਾਈ ਹੈ। ਗੁਰੂ का इतिहास, गुरु की बाणी, गुरु के रहतनामे, तो गुरु के पावन बचन ਇਹ ਬੜੇ ਮਹਾਨ ਹਨ। ਇਹਨਾਂ ਦੀ ਵਿਆਖਿਆ ਸੰਪੂਰਨ ਤੌਰ ਤੇ ਸਤਿਗੁਰੂ ਜੀ ਆਪ ਹੀ ਕਰ ਸਕਦੇ ਹਨ। ਤੋ ਗੁਰੂ ਕੇ ਸਿੱਖੋ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ। ਲੇਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਣਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਏ। ਖੁਆਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।